7C डिफाइन करते कहता जी इनू आपां SH कहता जी हाइड्रोडायनेमिक्स हाइड्रोडायनेमिक्स ठीक है ਤੇ ਕਹਿੰਦਾ ਪੁੱਤ ਹਾਈਡਰੋਡਾਇਨਾਮਿਕਸ ਦਾ ਮਤਲਬ ਲੈ ਕੇ ਚੱਲੀਏ ਤਾਂ ਆਪਾਂ ਪਿਛਲੇ ਚੈਪਟਰ 'ਚ ਵਰਡ ਯੂਜ਼ ਕੀਤੇ ਕਹਿੰਦਾ ਐਜ਼ when the liquid is in the state of rest to study the property of the liquid ठीक है when it is to be in the state of rest the main property discussed is to be the कहना जी surface tension ठीक है similarly when the liquid is in motion ਜਦੋਂ liquid ਮੇਰੇ ਕੋਲ flow ਕਰੇਗਾ liquid motion 'ਚ ਹੋਏਗਾ कहना जी in that case the property of the liquid ठीक है which takes part during the motion of the liquid is to be called as the viscosity of the liquid इस चैप्टर च ਜਿਹੜੀ ਸਭ ਤੋਂ ਪਹਿਲੀ ਟਰਮ ਆਪਾਂ ਇੰਟਰੋਡਿਊਸ ਕਰਨੀ ਆ ਉਹ ਵਰਡ ਹੈਗਾ ਵਿਸਕੋਸਿਟੀ ਠੀਕ ਹੈ ਵਿਸਕੋਸਿਟੀ ਕਿਹਨੂੰ ਕਹਿ ਕੇ ਚਲੀਏ ਉਹ ਕਹਿੰਦਾ ਜਦੋਂ ਲਿਕੁਇਡ ਰੈਸਟ ਦੀ ਸਟੇਟ ਚ ਆ ਤੇ ਉਦੋਂ ਉਹਦੀ ਮੇਜਰ ਪ੍ਰੋਪਰਟੀ ਜਿਹੜੀ ਉਹ ਸਰਫੇਸ ਟੈਂਸ਼ਨ ਆ ਔਰ ਜਦੋਂ ਕੋਈ ਲਿਕੁਇਡ ਫਲੋ ਦੇ ਵਿੱਚ ਆ ठीक है जो कोई भी फ्लूइड मेरे को फ्लो करता पाया तो उदों जी ओदी मेन प्रॉपर्टी असीं डिस्कस करांगे उस टर्म असीं नाम दिंदे दैट इज कॉल्ड एज द कहंदे जी विस्कोसिटी ऑफ द लिक्विड सो कोई भी लिक्विड कितना क विस्कस हैगा वो डिसाइड करता कि भी लिक्विड जिहड़ा वा मेरे कोल एज सच कहंदा जी जो फ्लो करेगा है ना ओदा कितना क स्मूथ फ्लो होएगा या किन्नी क ओदे अंदर रिटार्डिंग फोर्सेस जिहड़ियां वो एक्ट करनियां ਉਹਨਾਂ ਚੀਜ਼ਾਂ ਨੂੰ ਮੇਜ਼ਰ ਕਰਨ ਵਾਸਤੇ ਅਸੀਂ ਲਿਕੁਇਡ ਦੀ ਮੇਨ ਪ੍ਰੋਪਰਟੀ ਜਿਹੜੀ ਆ ਉਹ ਵਿਸਕੋਸਿਟੀ ਲੈ ਕੇ ਚੱਲਦੇ ਠੀਕ ਹੈ ਲਿਕੁਇਡ ਇਫ ਇਟ ਇਜ਼ ਟੇਕਨ ਟੂ ਬੀ ਮੋਰ ਵਿਸਕਸ ਜੇ ਮੇਰੇ ਕੋਲ ਕੋਈ ਗਿਵਨ ਲਿਕੁਇਡ ਮੋਰ ਵਿਸਕਸ ਹੋਏਗਾ ਅਸੀਂ ਕਹਿੰਦੇ ਜੀ ਉਹ ਸਲੋ ਮੂਵ ਕਰੇਗਾ ਜੇ ਮੇਰੇ ਕੋਲ ਕੋਈ ਲਿਕੁਇਡ ਲੈਸ ਵਿਸਕਸ ਆ ਉਹ ਮੇਰੇ ਕੋਲ ਫਾਸਟ ਮੂਵ ਕਰ ਰਿਹਾ ਤੇ ਵਰਡ ਇਹ ਆ ਜਾਂਦਾ ਕਿ ਵੀ ਜਿਹੜੀ ਵਿਸਕਸਨੈਸ ਹੈਗੀ ਆ ਕਿਆ ਉਹ ਡੈਂਸਿਟੀ ਨੂੰ ਕਹਿੰਦੇ ਆ ਤੇ ਫਿਰ ਉੱਥੇ ਅਸੀਂ ਇਹ ਵਰਡ ਲੈ ਕੇ ਚੱਲਾਂਗੇ ਕਿ ਡੈਂਸਿਟੀ ਐਂਡ ਵਿਸਕੋਸਿਟੀ ਦੇ ਕੈਨ ਇੰਟਰ ਰਿਲੇਟ ਵਿਦ ਵਨ ਅਨਦਰ ਬਟ ਦੋਨੋਂ ਦੀਆਂ ਦੋਨੋਂ ਟਰਮ ਦੇ ਫਿਜ਼ੀਕਲ ਮੀਨਿੰਗ ਜਿਹੜੇ ਨੇ ਉਹ ਡਿਫਰੈਂਟ ਨੇ ਠੀਕ ਹੈ ਡੈਂਸਿਟੀ ਡਿਸਾਈਡਡ ਕਹਿੰਦਾ ਜੀ ਹਾਊ ਮਚ ਮਾਸ ਆਫ ਦਾ ਲਿਕੁਇਡ ਵਿਲ ਬੀ ਪ੍ਰੈਜ਼ੈਂਟ ਇਨ ਅ ਗਿਵਨ ਵੋਲੀਅਮ ਠੀਕ ਹੈ ਪਰ ਜਿਹੜੀ ਵਿਸਕੋਸਿਟੀ ਹੋਏਗੀ ਇਹ ਲਿਕੁਇਡ ਦੀ ਫ੍ਰਿਕਸ਼ਨਲ ਫੋਰਸ ਨੂੰ ਮੇਜ਼ਰ ਕਰਦੀ ਆ ਜਦੋਂ ਲਿਕੁਇਡ ਲੇਅਰ ਦੀ ਫਾਰਮ ਚ ਮੂਵ ਕਰਦਾ ਤੇ ਉਦੋਂ ਕਹਿੰਦਾ ਜੀ ਲੇਅਰਸ ਲਿਕੁਇਡ ਦੀਆਂ ਜਿਹੜੀਆਂ ਨੇ ਉਹਨਾਂ ਦੀ ਟੈਂਡੈਂਸੀ ਆ ਕਿ ਇੱਕ ਦੂਜੇ ਲੇਅਰ ਦੀ ਕਹਿੰਦਾ ਜੀ ਵੈਲੋਸਿਟੀ ਨੂੰ ਇੰਟਰਫੇਅਰ ਕਰਨਾ ਉਹਨਾਂ ਦੀ ਮੋਸ਼ਨ ਨੂੰ ਇੰਟਰਫੇਅਰ ਕਰਨਾ ਜੋ ਬੋਲ ਰਿਹਾ ਇਹਨੂੰ ਆਪਾਂ ਸ਼ੁਰੂ ਇੱਥੋਂ ਕਰਨ ਲੱਗੇ ਕਿ ਕਹਿੰਦਾ ਜੀ ਇੱਕ ਟਰਮ ਅਸੀਂ ਪੜ੍ਹੀ ਆ ਇੱਕ ਟਰਮ ਅਸੀਂ ਪਿਛਲੇ ਚੈਪਟਰ 'ਚ ਪੜ੍ਹੀ ਆ ਐਂਡ ਦੈਟ ਵਰਡ ਇਜ਼ ਦਾ ਕਹਿੰਦਾ ਜੀ ਸ਼ੀਅਰ ਮੋਡੂਲਸ खुद समझियो गल ध्यान जो दसदा पिया इन्हां वर्ड्स दे नाल अपना टॉपिक चैप्टर कह लो कि शुरू पाना आपां सब तो पहला जिहड़ा टॉपिक आ ठीक है इनू ऐसे च लेके चला ते ये आना एक्सप्रेशन फॉर द कोएफिशिएंट ऑफ विस्कोसिटी ते कोएफिशिएंट ऑफ विस्कोसिटी दा एक्सप्रेशन ड्राइव करन लई आपां शुरू किदां करांगे ठीक है इंट्रोडक्शन दे विच ये टॉपिक कवर होना ठीक है एक्सप्रेशन फॉर coefficient of viscosity बुक के अकॉर्डिंगली चला पुत ते उथे किते भी मेनू ये वर्ड इदा लिखा कुछ नहीं मिलना ठीक है उथे इंट्रोडक्शन जो ने टॉपिक सारा कवर किया होया ठीक है पर असी इहदे बेसिकली पूरे टॉपिक दे अंदर मेन कोएफिशिएंट ऑफ विस्कोसिटी दा फार्मूला ट्राई करना हुण इनू समझण वास्ते एक टर्म आपां 7A चो ले रहे हैं ਆਪਾਂ ਤਾਂ ਇੱਕ ਮੋਡੂਲਸ ਪੜਿਆ ਸੀਗਾ ਉਹਨੂੰ ਨਾਮ ਦਿੱਤਾ ਸੀ ਸ਼ੀਅਰ ਮੋਡੂਲਸ ਤੇ ਸ਼ੀਅਰ ਮੋਡੂਲਸ ਅਸੀਂ ਕਿਹਾ ਕਿਹਨੂੰ ਸੀਗਾ ਆ ਇੱਕ ਵਾਰੀ ਪਿਛਲੇ ਟਰਮ ਰਿਕਾਲ ਕਰਿਓ ਫਿਰ ਆਪਾਂ ਸ਼ੁਰੂ ਕਰਾਂਗੇ ਚੈਪਟਰ ਨੂੰ ਸ਼ੀਅਰ ਮੋਡੂਲਸ ਅਸੀਂ ਡਿਫਾਈਨ ਕੀਤਾ ਸੀਗਾ ਇਟ ਇਜ਼ ਦਾ ਰੇਸ਼ੀਓ ਆਫ ਟੈਂਜੈਂਸ਼ੀਅਲ ਸਟ੍ਰੈਸ ਟੈਂਜੈਂਸ਼ੀਅਲ ਸਟ੍ਰੈਸ ਟੂ ਦਾ ਸ਼ੀਅਰ ਸਟ੍ਰੇਨ है ना ਇਹਦਾ ਮਤਲਬ ਆਪਾਂ ਇਦਾਂ ਬਣਾਇਆ ਸੀਗਾ ਕਿ ਜੇ ਮੇਰੇ ਕੋਲ ਐਸਜ ਕੋਈ ਬਾਡੀ ਗਿਵਨ ਆ ਹਨਾ ਇਸ ਬਾਡੀ ਦੀ ਜੇ ਮੈਂ ਸਰਫੇਸ ਤੇ ਅਲੋਂਗ ਦਾ ਟੈਂਜੈਂਟ ਫੋਰਸ ਲਗਾਵਾਂ ਤੇ ਜਦੋਂ ਅਲੋਂਗ ਦਾ ਟੈਂਜੈਂਟ ਫੋਰਸ ਲਗਾਵਾਂਗਾ ਤੇ ਇਸ ਬਾਡੀ ਦੇ ਆ ਫੇਸ ਦੀ ਥੱਲੜਾ ਫੇਸ ਫਿਕਸ ਕੀਤਾ ਸੀ ਉੱਪਰਲਾ ਫੇਸ ਜਿਹੜਾ ਆਪਣੀ ਥਾਂ ਤੋਂ ਡਿਸਪਲੇਸ ਹੋ ਜਾਂਦਾ
ठीक है। ਅਸੀਂ ਕਹਿੰਦੇ ਜੀ ਜਦੋਂ ਫੇਸ ਆਪਣੀ ਥਾਂ ਤੋਂ ਡਿਸਪਲੇਸ ਹੁੰਦਾ ਤੁਸੀਂ ਕਹਿੰਦੇ ਇਸ ਬੋਡੀ ਦੇ ਅੰਦਰ ਸ਼ੀਅਰ ਸਟ੍ਰੇਨ ਆ ਗਈ, ਟੈਂਜੈਂਸ਼ੀਅਲ ਸਟ੍ਰੈਸ ਲਗਾਈ ਆ, ਉਹਦੇ ਕਰਕੇ ਬੋਡੀ ਦੇ ਅੰਦਰ ਸ਼ੀਅਰ ਸਟ੍ਰੇਨ ਆ ਗਈ ਤੇ ਟੈਂਜੈਂਸ਼ੀਅਲ ਸਟ੍ਰੈਸ ਤੇ ਸ਼ੀਅਰ ਸਟ੍ਰੇਨ ਦੀ ਰੇਸ਼ੋ ਜਿਹੜੀ ਆ ਹਨਾ ਉਹਨੂੰ ਅਸੀਂ ਸ਼ੀਅਰ ਮੋਡੂਲਸ ਜਾਂ ਮੋਡੂਲਸ ਆਫ ਰਿਜਿਡਿਟੀ ਨਾਮ ਦਿੱਤਾ ਸੀ। ਕਿਆ ਸਮਝ ਲੱਗੀ ਗੱਲ ਜੋ ਕਰਦਾ ਪਿਆ? Yes, sir. Yes, sir. Yes, sir. ਇਹੀ ਟਰਮ ਉਹ ਕਹਿੰਦਾ ਜੀ ਇਹੀ ਜਿਹੜੀ ਫੋਰਸ ਤੁਸੀਂ ਟੈਂਜੈਂਟ ਦੇ ਅਲੋਂਗ ਆ ਸੋਲਿਡ ਸਰਫੇਸ ਤੇ ਲਗਾ ਰਹੇ ਹੋ, ਜੇ ਮੈਂ ਇਦਾਂ ਹੀ ਕਿਸੇ ਇਹ ਮੰਨ ਕੇ ਚੱਲਾਂ ਕਿ ਕਿਸੇ ਟਿਊਬ ਦੇ ਅੰਦਰ ਮੈਂ ਲਿਕੁਇਡ ਫਿਲ ਕੀਤਾ ਤੇ ਉਹਦਾ ਲੋਅਰ ਫੇਸ ਮੈਂ ਜਿਹੜਾ ਉਹ ਫਿਕਸ ਕੀਤਾ ਹੋਇਆ ਤੇ ਉਹਦੇ ਅਪਰ ਫੇਸ ਤੇ ਮੈਂ ਫੋਰਸ ਲਗਾਵਾਂ ਤੇ ਮੈਨੂੰ ਇਹ ਚੀਜ਼ ਮਿਲੇਗੀ ਕਿ ਵੀ ਸੋਲਿਡ ਨਾਲੋਂ ਲਿਕੁਇਡ ਜਿਹੜੇ ਨੇ ਹਨਾ ਵੀ ਰਿਕੁਆਇਰ ਲੈਸਰ ਅਮਾਉਂਟ ਆਫ ਕਹਿੰਦਾ ਜੀ ਸਟ੍ਰੈਸ ਟੂ ਡਿਸਪਲੇਸ ਦਾ ਲਿਕੁਇਡ। ਉਹ ਕਹਿੰਦਾ ਇਹਦੇ ਵੱਲ ਜੇ ਮੈਂ ਲਿਕੁਇਡ ਦੀ ਸਰਫੇਸ ਦੇ ਉੱਤੇ ਫੋਰਸ ਅਪਲਾਈ ਕਰਾਂ ਉਹਦੇ ਇੱਕ ਫੇਸ ਨੂੰ ਫਿਕਸ ਕਰਕੇ ਕਿਹੜੇ ਵੇ ਮੈਂ ਕਹਿ ਰਿਹਾ ਉਹਨੂੰ ਆਪਾਂ ਐਸਐਚ ਤੋਂ ਡਿਫਾਈਨ ਇਦਾਂ ਕਰੀਏ ਕਿ ਜੇ ਆ ਮੰਨ ਲਓ ਮੇਰੇ ਕੋਲ ਕਹਿੰਦਾ ਜੀ ਐਸਐਚ ਕੋਈ ਕੰਸੀਡਰ ਕਰਾਂਗਾ ਟਿਊਬ ਆ ਮੇਰੇ ਕੋਲ ਗਿਵਨ, ਠੀਕ ਹੈ, ਜਿਹਦੇ ਆ ਦੋ ਐਂਡ ਮੇਰੇ ਕੋਲ ਜਿਹੜੇ ਗਿਵਨ ਆ, ਠੀਕ ਹੈ, ਇੱਕ ਨੂੰ ਅਸੀਂ ਕਹਿੰਦੇ ਜੀ ਉਹਦਾ ਟਿਊਬ ਦਾ ਆ ਫਿਕਸਡ ਐਂਡ ਆ ਜਾਏਗਾ, ਠੀਕ ਹੈ, ਆ ਮੇਰੇ ਕੋਲ ਉਹਦਾ ਮੂਵੇਬਲ ਪਾਰਟ ਆਏਗਾ, ठीक है, और ਇਹਦੇ ਇਨ ਬਿਟਵੀਨ ਮੇਰੇ ਕੋਲ ਜਿਹੜਾ ਹੈਗਾ ਅਸੀਂ ਕਹਿੰਦੇ ਜੀ ਆ ਲਿਕੁਇਡ ਜਿਹੜਾ ਫਲੋ ਕਰਦਾ ਪਿਆ, ਠੀਕ ਹੈ, ਇਹਦੇ ਥਰੂ ਅਸੀਂ ਮੰਨਦੇ ਪਏ ਲਿਕੁਇਡ ਜਿਹੜਾ ਫਾਰਵਰਡ ਡਾਇਰੈਕਸ਼ਨ ਚ ਫਲੋ ਕਰਦਾ ਪਿਆ ਤੇ ਜੇ ਮੈਂ ਇਹਦੇ ਇਸ ਟੌਪ ਫੇਸ ਦੇ ਉੱਤੇ ਮੈਂ ਹੌਰੀਜ਼ੌਂਟਲ ਇਸ ਲਿਕੁਇਡ ਦੇ ਉੱਤੇ ਫੋਰਸ ਲਗਾਵਾਂ, ਆ ਪਾਈਪ ਚ ਲਿਕੁਇਡ ਆ, ठीक है, तो मैं ਇਹਦੇ ਉੱਪਰ ਵਾਲੇ ਲਿਕੁਇਡ ਦੀ ਜਿਹੜੀ ਲੇਅਰ ਹੋਏਗੀ ਮੇਰੇ ਇਸ ਹੱਥ ਦੇ ਕੰਟੈਕਟ ਚ ਇਸ ਐਂਡ ਤੇ ਜੇ ਮੈਂ ਹੌਰੀਜ਼ੌਂਟਲ ਫੋਰਸ ਲਗਾਵਾਂ ਤੇ ਕਹਿੰਦਾ ਜੀ ਥੋੜੀ ਜੀ ਵੀ ਫੋਰਸ ਲਗਾਉਣਾ ਸੀ ਕਹਿੰਦਾ ਲਿਕੁਇਡ ਜਿਹੜਾ ਫਾਰਵਰਡ ਡਿਸਪਲੇਸ ਹੁੰਦਾ ਪਿਆ ਉਹਨੇ ਇਸ ਚੀਜ਼ ਨੂੰ ਇਹਦਾ ਸ਼ੋ ਕਰ ਦਿੱਤਾ ਕਿ ਜੇ ਆ ओरिजिनली ਮੇਰੇ ਕੋਲ ਜਿਹੜੀ ਐਸਐਚ ਪੋਜੀਸ਼ਨ ਸੀਗੀ ਆਪਾਂ ਇੱਕ ਕੋਈ ਲਿਕੁਇਡ ਦਾ ਰੈਕਟੈਂਗੂਲਰ ਕਾਲਮ ਲੈ ਲਿਆ, ਠੀਕ ਹੈ ਜੀ, ਆ ਲਿਕੁਇਡ ਦਾ ਕੋਈ ਰੈਕਟੈਂਗੂਲਰ ਕਾਲਮ ਆਪਾਂ ਕੰਸੀਡਰ ਕਰ ਲਿਆ, इस कॉलम ਦੇ ਉੱਤੇ ਜੇ ਮੈਂ ਫਾਰਵਰਡ ਡਾਇਰੈਕਸ਼ਨ ਚ ਫੋਰਸ ਲਗਾਈ ਆ ਇਸ ਡਾਇਰੈਕਸ਼ਨ ਚ ਐਫ ਫੋਰਸ ਲਗਾਵਾਂ ਤਾਂ ਅਸੀਂ ਕਹਿੰਦੇ ਜੀ ਲੋਅਰ ਫੇਸ ਇਹਦਾ ਫਿਕਸ ਕੀਤਾ ਹੋਇਆ, ਆ ਫੇਸ ਇਹਦਾ ਫਿਕਸ ਹੈਗਾ ਵਾ ਤੇ ਅਪਰ ਫੇਸ ਤੇ ਜਦੋਂ ਮੈਂ ਫੋਰਸ ਲਗਾਵਾਂਗਾ ਤੇ ਅਪਰ ਫੇਸ ਆ BC ਵਾਲੇ ਪੋਜੀਸ਼ਨ ਜਿਹੜੀ ਆ ਇਹ ਆਪਣੀ ਥਾਂ ਤੋਂ ਡਿਸਪਲੇਸ ਹੋ ਜਾਊ। Yes, sir. ਇਹਦਾ ਮਤਲਬ ਜਿਹੜਾ ਆ ਰੈਕਟੈਂਗੂਲਰ ਫਰੇਮ ਬਣਦਾ ਪਿਆ ਇਹਦੀ ਮੈਂ ਨਵੀਂ ਸ਼ੇਪ ਲਵਾਂ ਤੇ ਇਹ ਰੈਕਟੈਂਗੂਲਰ ਫਰੇਮ ਦੇ ਵਿੱਚ ਜਿਹੜਾ B ਪੁਆਇੰਟ ਆ, ਠੀਕ ਹੈ, ਉਹ B ਡੈਸ਼ ਤੱਕ, ਜਿਹੜਾ C ਪੁਆਇੰਟ ਆ ਉਹ ਮੇਰੇ ਕੋਲ ਐਸਐਚ ਕਹਿੰਦਾ ਜੀ C ਡੈਸ਼ ਵਾਲੇ ਪੁਆਇੰਟ ਤੱਕ ਡਿਸਪਲੇਸ ਹੋ ਜਾਓ। Yes, sir. ਪੁੱਤ ਆ ਚੀਜ਼ ਸਮਝਿਓ ਧਿਆਨ ਨਾਲ, ਇਹਦੇ ਨਾਲ ਹੀ ਚੈਪਟਰ ਸ਼ੁਰੂ ਹੋਣਾ, ਬਾਰ-ਬਾਰ ਕਹਿ ਰਿਹਾ ਔਰ ਚੀਜ਼ ਸਮਝਣ ਵਾਲੀ ਹੈ ਤੁਹਾਡੇ। ਇਹਦਾ ਮਤਲਬ ਜਦੋਂ ਮੈਂ ਅਪਰ ਫੇਸ ਤੇ ਫੋਰਸ ਲਗਾਈ ਤੇ ਅਸੀਂ ਕਹਿੰਦੇ ਜੀ ਅਪਰ ਫੇਸ ਆਪਣੀ ਥਾਂ ਤੋਂ ਲਿਕੁਇਡ ਦਾ ਜਦੋਂ ਡਿਸਪਲੇਸ ਹੋਇਆ ਲੋਅਰ ਐਜ ਲਿਕੁਇਡ ਦਾ ਅਸੀਂ ਮੰਨਦੇ ਪਏ ਕਿ ਵੀ ਇਸ ਐਂਡ ਨੇ ਤੇ ਫਿਕਸ ਕੀਤਾ ਹੋਇਆ, ਮਤਲਬ ਆ ਐਂਡ ਦੀ ਵੈਲੋਸਿਟੀ ਜਿਹੜੀ 0 ਆ, ਠੀਕ ਹੈ, ਤੇ ਇਸ ਲੇਅਰ ਤੱਕ ਦੇ ਆਂਦੇ ਆਂਦੇ ਜਿਹੜੀ ਵੈਲੋਸਿਟੀ ਆ ਇਹ v ਵੈਲੋਸਿਟੀ ਨਾਲ ਫਾਰਵਰਡ ਡਿਸਪਲੇਸ ਹੋਇਆ ਤੇ ਆ ਉਹਦੀ ਜਿਹੜੀ ਆਪਣੀ ਥਾਂ ਤੋਂ ਡਿਸਪਲੇਸਮੈਂਟ ਹੋਈ ਆ ਇਹਨੂੰ ਅਸੀਂ ਡੈਲਟਾ x ਮੰਨ ਲੈਂਦੇ। ਜਦੋਂ ਆਪਾਂ ਐਸਐਚ ਫੇਸ ਦੀ ਡਿਸਪਲੇਸਮੈਂਟ ਲੈਂਦੇ ਤੇ ਜਿਹੜੀ ਫੇਸ ਦੀ ਡਿਸਪਲੇਸਮੈਂਟ ਉਹ ਡੈਲਟਾ l ਨਾਲ ਲਿਖ ਲਈ ਦੀ, ਇੱਥੋਂ ਨੇ ਡੈਲਟਾ x ਸਿੰਬਲ, ਮੈਂ ਸਿੰਬਲ ਉਹ ਲਵਾਂਗਾ वेरिएबल ਉਹ ਲਵਾਂਗਾ ਜਿਹੜਾ ਸੇਮ ਤੁਹਾਨੂੰ ਬੁੱਕ ਚ ਮਿਲ ਜਾ। ਸੋ ਡੈਲਟਾ x ਫੇਸ ਦੀ ਡਿਸਪਲੇਸਮੈਂਟ ਹੋਈ ਆ, ਡੈਲਟਾ x ਮੇਰੇ ਕੋਲ ਜਿਹੜੀ ਫੇਸ ਦੀ B ਤੋਂ B ਡੈਸ਼ ਤੱਕ ਜਾਂ C ਤੋਂ C ਡੈਸ਼ ਤੱਕ ਡਿਸਪਲੇਸਮੈਂਟ ਹੋਈ ਆ, F ਟੈਂਜੈਂਸ਼ੀਅਲੀ ਅਸੀਂ ਉਹਦੇ ਤੇ ਫੋਰਸ ਅਪਲਾਈ ਕੀਤੀ ਆ ਤੇ ਲਿਕੁਇਡ ਦੀ ਲੇਅਰ B ਤੋਂ B ਡੈਸ਼ ਜਾਂ C ਤੋਂ C ਡੈਸ਼ ਜਦੋਂ ਮੂਵ ਕੀਤੀ ਆ ਤੇ ਉਹਦੇ ਮੂਵ ਕਰਨ ਦੀ ਵੈਲੋਸਿਟੀ v ਆ ਤੇ ਲੋਅਰ ਐਜ ਦੀ ਵੈਲੋਸਿਟੀ 0 ਆ। क्या आ चीज समझ लगी वेरिएबल की है ने? Yes, sir. और जेड़ा परपेंडिकुलर डिस्टेंस होएगा आ दो फेसेस दे विचला, ठीक है जी, ਉਹ ਸੀ L डिफाइन कर ਦਿੱਤਾ। ਹੁਣ ਉਹ ਕਹਿੰਦਾ ਕਿ ਵੀ ਜੇਕਰ ਕਿਸੇ ਸੋਲਿਡ ਨੂੰ ਜਿਹਦਾ ਮੈਂ ਬੁੱਕ ਕਾਪੀ ਚੁੱਕੀ ਸੀ ਸੋਲਿਡ ਤੇ ਮੈਂ ਟੈਂਜੈਂਸ਼ੀਅਲ ਫੋਰਸ ਲਗਾਵਾਂ ਤੇ ਮੈਂ ਆਬਜ਼ਰਵ ਕਰਾਂਗਾ ਸੋਲਿਡ ਵਾਲੇ ਕੇਸ ਦੇ ਅੰਦਰ ਮੈਨੂੰ ਲਾਰਜ ਫੋਰਸ ਲਗਾਣੀ ਪਏਗੀ, ठीक है, ਉਹਦੇ ਫੇਸ ਨੂੰ ਫਾਰਵਰਡ ਡਿਫਾਰਮ ਕਰਨ ਲਈ। ਪਰ ਲਿਕੁਇਡ ਤੇ ਗੈਸਸ ਯਾਨੀ ਆਪਾਂ ਨਾਰਮਲੀ ਲਿਕੁਇਡ ਦੀ ਗੱਲ ਕਰੀਏ ਹੁਣ ਲਿਕੁਇਡ ਵਾਲੇ ਕੇਸਿਸ ਦੇ ਅੰਦਰ ਅ ਲੈਸ ਫੋਰਸ ਇਜ਼ ਰਿਕੁਆਇਰਡ ਟੂ ਡਿਸਪਲੇਸ ਦਾ ਫੇਸ,
ਲਿਕੁਇਡ ਮੇਰੇ ਕੋਲ ਜਿਹੜਾ ਵਾ ਉਹਦੀ ਐਸ ਸੱਚ ਰਿਜਿਡਿਟੀ ਥੋੜੀ ਹੁੰਦੀ ਆ, ਇਸ ਲਈ ਲਿਕੁਇਡ ਫੇਸ ਜਲਦੀ ਡਿਸਪਲੇਸ ਹੋ ਜਾਓ। Yes, sir. ਕੋਈ ਬਾਕੀਆਂ ਨੂੰ ਸਮਝ ਲੱਗਦੀ ਪਈ ਆ? Yes, sir. Yes, sir. Yes, sir. ਚਲੋ Yes, sir. ਮਾੜਾ ਰਿਸਪੌਂਡ ਕਰ ਲਿਆ ਕਰੋ, ਮੈਂ 10 ਵਾਰੀ ਤੋਂ ਇੱਕੋ ਗੱਲ ਕਹਿਣਾ ਹਰ ਵਾਰੀ। ਚਲੋ ਹੁਣ ਇੱਥੇ ਉਹਨੇ ਫਿਰ ਆਪਣੇ ਕੋਲ ਜਿਹੜੀ ਹੁਣ ਟਰਮ ਲੈਣ ਲੱਗਿਆ, ਇਹ ਚ ਅੱਗੇ ਸਮਝੋ, ਜੇ ਆ ਲਿਕੁਇਡ ਦੀ ਲੇਅਰ ਜਿਹੜੀ ਇਸ ਕੰਟੇਨਰ ਦੇ ਇਸ ਐਂਡ ਨਾਲ ਕਨੈਕਟਡ ਆ, ਹਨਾ, ਜੇ ਅਸੀਂ ਮੰਨੀਏ ਕਿ ਵੀ ਇੱਥੇ ਲਿਕੁਇਡ ਦੀ ਵੈਲੋਸਿਟੀ 0 ਆ, ਠੀਕ ਹੈ, ਹੁਣ ਇੱਥੋਂ ਚੱਲ ਕੇ ਇੱਥੇ ਪਹੁੰਚਦੇ ਪਹੁੰਚਦੇ ਇਸ ਲੇਅਰ ਦੀ ਵੈਲੋਸਿਟੀ ਸੀ ਮੰਨ ਲਿਆ v ਬਣ ਗਈ, ਤੇ ਇਹਦਾ ਮਤਲਬ ਇੱਕ ਚੀਜ਼ ਆਈ ਕਿ ਵੀ ਇੱਥੋਂ ਜਿਹੜਾ ਲਿਕੁਇਡ ਦੀ ਲੇਅਰ ਆ, ਜੇ ਉਹ 0 ਵੈਲੋਸਿਟੀ ਨਾਲ ਮੂਵ ਕਰਦੀ, ਤੇ ਇਸ ਪੋਜੀਸ਼ਨ ਤੋਂ ਇੱਥੇ ਤੱਕ ਜਾਂਦੇ ਜਾਂਦੇ ਹਰ ਲੇਅਰ ਤੇ ਲਿਕੁਇਡ ਦੀ ਵੈਲੋਸਿਟੀ ਜਿਹੜੀ ਉਹ ਇਨਕਰੀਜ਼ ਹੁੰਦੀ ਗਈ, ਠੀਕ ਹੈ ਜੀ, ਉਹ ਵੈਲੋਸਿਟੀ ਇਨਕਰੀਜ਼ ਹੁੰਦੀ ਗਈ, ਔਰ ਇਸ ਲੇਅਰ ਤੱਕ ਪਹੁੰਚਦੇ ਪਹੁੰਚਦੇ ਉਹਦੀ ਵੈਲੋਸਿਟੀ v ਬਣ ਗਈ। ਹੁਣ ਇਸ ਚੀਜ਼ ਨੂੰ ਇੱਕ ਹੋਰ ਮੈਥਡ ਨਾਲ ਐਕਸਪਲੇਨ ਕਰ ਰਿਹਾ, ਉਹ ਵੀ ਸਮਝਿਓ, ਫਿਰ ਆਪਾਂ ਅੱਗੇ ਵਾਪਸ ਇਸੇ ਟਰਮ ਤੇ ਆਵਾਂਗੇ। ਕਿਸੇ ਪਾਈਪ ਦੇ ਵਿੱਚ ਜਦੋਂ ਲਿਕੁਇਡ ਫਲੋ ਕਰਦਾ, ਕਿਸੇ ਪਾਈਪ 'ਚ ਜਦੋਂ ਲਿਕੁਇਡ ਫਲੋ ਕਰਦਾ, ਇਹ ਕਹਿੰਦਾ ਜੀ ਲਿਕੁਇਡ ਜੇ ਆ ਲੇਅਰ ਫਾਰਮ 'ਚ ਦੇ ਕ੍ਰਾਸ ਮੂਵ ਕਰਦਾ ਪਿਆ, ਜਦੋਂ ਇਸ ਪਾਈਪ 'ਚ ਲਿਕੁਇਡ ਆ ਲੇਅਰ ਫਾਰਮ 'ਚ ਮੂਵ ਕਰਦਾ, ਠੀਕ ਹੈ, ਮੰਨ ਲਓ ਮੇਰੇ ਕੋਲ ਐਸ ਸੱਚ ਡਰਟ ਕੰਟੇਨਿੰਗ ਵਾਟਰ ਆ, ਠੀਕ ਹੈ, ਕੱਪੜੇ ਧੋਤੇ ਵਾਲਾ ਗੰਦਾ ਪਾਣੀ ਆ, ਤੇ ਜਦੋਂ ਇਸ ਪਾਈਪ 'ਚੋਂ ਨਿਕਲਦਾ ਨਾ, ਤੁਸੀਂ ਉਹਦੇ 'ਚ ਇੱਕ ਚੀਜ਼ ਨੋਟ ਕਰੀਏ, ਉਹ ਕਹਿੰਦਾ ਜੀ ਜਿਹੜਾ ਕੰਟੇਨਰ ਦੀਆਂ ਵਾਲਸ ਨੇ, ਇਹ ਹਮੇਸ਼ਾ ਮੇਰੇ ਕੋਲ ਜਿਹੜੀਆਂ ਐਸ ਸੱਚ ਜਿਹੜੀਆਂ ਉਹ ਡਰਟੀ ਹੋ ਜਾਂਦੀਆਂ, ਗੰਦੀਆਂ ਹੋ ਜਾਂਦੀਆਂ। ਉਹ ਕਹਿੰਦਾ ਵੀ ਕਿਉਂ? ਤੁਸੀਂ ਡਿਫਾਈਨ ਇਹ ਕਰਦੇ ਕਿ ਜਿਹੜਾ, ਔਰ ਦੂਜਾ ਵਰਡ ਕਿ ਜੇ ਮੈਂ ਇਹਦੇ ਅੰਦਰ ਜਿੰਨੀਆਂ ਡਿਫਰੈਂਟ ਲਿਕੁਇਡ ਲੇਅਰ ਲੈ ਰਿਹਾ ਹਨਾ, ਇਹਨਾਂ ਸਾਰਿਆਂ ਦੀ ਵੈਲੋਸਿਟੀ ਮੈਜ਼ਰ ਕਰਨੀ ਹੋਵੇ, ਤੇ ਵੀ ਆਬਜ਼ਰਵ the liquid which is in contact with the container that should be moving with the lowest velocity, least velocity, whereas the liquid layer which will be present in the middle of the container, ठीक है, that should be moving with the maximum velocity। ਉਹ ਕਹਿੰਦਾ ਬੇਸਿਕਲੀ ਕੀ ਹੋਏਗਾ, ਜਿਹੜਾ ਲਿਕੁਇਡ ਦੇ ਮੋਲੀਕਿਊਲ ਕੰਟੇਨਰ ਦੇ ਕੰਟੈਕਟ ਦੇ ਵਿੱਚ ਆ, ਇਹਨਾਂ ਦੋਨਾਂ ਮੋਲੀਕਿਊਲ ਦੇ ਵਿੱਚ ਲਿਕੁਇਡ ਦੇ ਮੋਲੀਕਿਊਲ ਤੇ ਕੰਟੇਨਰ ਦੇ ਮੋਲੀਕਿਊਲ, ਇਹਨਾਂ ਦੋਨਾਂ ਮੋਲੀਕਿਊਲ ਦੇ ਅੰਦਰ ਮੇਰੇ ਕੋਲ ਐਡਿਸਿਵ ਫੋਰਸ ਐਗਜ਼ਿਸਟ ਕਰਦੀ ਆ। ਐਡਿਸਿਵ ਫੋਰਸ ਅਸੀਂ ਕਿਹਾ ਸੀ ਅਟਰੈਕਟਿਵ ਫੋਰਸ ਬਿਟਵੀਨ ਦਾ ਮੋਲੀਕਿਊਲ ਆਫ ਟੂ ਡਿਫਰੈਂਟ ਸਬਸਟੈਂਸ। ਇਹਦਾ ਮਤਲਬ ਕੰਟੇਨਰ ਦੇ ਤੇ ਉਸ ਕਹਿੰਦਾ ਜੀ ਲਿਕੁਇਡ ਮੋਲੀਕਿਊਲ ਦੇ ਅਕ੍ਰੋਸ ਐਡਿਸਿਵ ਫੋਰਸ ਸਟਰੋਂਗ ਹੋਣ ਕਰਕੇ, ਠੀਕ ਹੈ, ਕਿਉਂਕਿ ਐਡਿਸਿਵ ਫੋਰਸ ਜਿਹੜੀ ਆ ਦੈਟ ਵੇਰੀ ਇਨਵਰਸਲੀ ਪ੍ਰਪੋਰਸ਼ਨਲ ਟੂ 7th ਪਾਵਰ ਆਫ ਦਾ ਡਿਸਟੈਂਸ। ਇਸ ਲਈ ਜਿਹੜਾ ਕੰਟੇਨਰ ਦੇ ਨਾਲ ਲੱਗਦਾ ਮੋਲੀਕਿਊਲ ਆ ਲਿਕੁਇਡ ਲੇਅਰ ਦਾ, ਠੀਕ ਹੈ ਜੀ, ਉਹਨਾਂ ਦੋਨਾਂ 'ਚ ਐਡਿਸਿਵ ਫੋਰਸ ਸਟਰੋਂਗਰ ਹੋਣ ਕਰਕੇ ਉਹਨੇ ਇਸ ਲਿਕੁਇਡ ਦੇ ਮੋਲੀਕਿਊਲ ਨੂੰ ਅਟਰੈਕਟ ਮੈਕਸਿਮਮ ਕਰਨਾ, ਜਿਹਦੇ ਕਰਕੇ ਅਟਰੈਕਟਿਵ ਫੋਰਸ ਜ਼ਿਆਦਾ ਹੋਣ ਕਰਕੇ ਉਹ ਮੋਲੀਕਿਊਲ ਮੇਰੇ ਕੋਲ ਜਿਹੜਾ ਵਾ ਉਹ ਰੈਸਟ ਦੀ ਸਟੇਟ 'ਚ ਰਹਿ ਜਾਂਦਾ, ਕਿਉਂਕਿ ਕੰਟੇਨਰ ਦਾ ਮੋਲੀਕਿਊਲ ਰੈਸਟ ਦੀ ਸਟੇਟ 'ਚ ਆ। ਤੇ ਜੇ ਮੈਂ ਇਸ ਪੁਆਇੰਟ ਤੇ ਮੰਨਾਂ ਔਰ ਮੁੜ ਕੇ ਇੱਥੇ ਮੰਨਾਂ, ਫਿਰ ਆਹ ਪੁਆਇੰਟ ਤੇ ਮੰਨਾਂ, ਤੇ ਜਿੱਦਾਂ ਜਿੱਦਾਂ ਮੈਂ ਕੰਟੇਨਰ ਦੀ ਵਾਲ ਤੋਂ ਸੈਂਟਰ ਆਫ ਲਿਕੁਇਡ ਵੱਲ ਜਾਂ ਸੈਂਟਰ ਆਫ ਕੰਟੇਨਰ ਵੱਲ ਜਾ ਰਿਹਾ, ਤੇ ਐਡਿਸਿਵ ਫੋਰਸ ਦੀ ਸਟਰੈਂਥ ਜਿਹੜੀ ਆ ਉਹ ਅੱਗੇ ਨਾਲੋਂ ਡਿਕਰੀਜ਼ ਹੁੰਦੀ ਜਾਏਗੀ। ਤੇ ਇਹਦਾ ਮਤਲਬ ਇਹ ਹੋ ਗਿਆ ਕਿ ਜੇ ਉਹ ਫੋਰਸ ਡਿਕਰੀਜ਼ ਹੁੰਦੀ ਜਾਏਗੀ ਤੇ ਲਿਕੁਇਡ ਦੇ ਫਲੋ ਕਰਨ ਦੀ ਵੈਲੋਸਿਟੀ ਇਨਕਰੀਜ਼ ਹੁੰਦੀ ਜਾਊ। Yes, sir. Yes, sir. Yes, sir. ਇਹਦਾ ਮਤਲਬ ਫਿਰ ਇਹ ਹੋ ਗਿਆ ਕਿ ਵੀ ਜਿੰਨੀਆਂ ਵੀ ਡਿਫਰੈਂਟ ਲਿਕੁਇਡ ਲੇਅਰਸ ਨੇ, they all are not to be moving with the same velocity. The layer which is in contact with the container that will have the least velocity, ठीक है, next layer ਦੀ velocity ਉਸ ਤੋਂ ਜ਼ਿਆਦਾ ਹੋਏਗੀ, ਅਗਲੇ ਦੀ ਉਸ ਤੋਂ ਜ਼ਿਆਦਾ ਹੋਏਗੀ। So continuously ਹਰ layer ਤੇ ਜਿਹੜੀ velocity ਆ that will be going on increasing। ਤੇ ਫਿਰ ਜਦੋਂ ਹਰ different liquid layer that should be moving with a different velocity, then each layer will have the tendency to alter the velocity of, to change the velocity of the next layer, ठीक है ना। ਇਹਦੀ tendency ਇਹ ਹੋਏਗੀ ਇਸ layer ਦੀ velocity ਨੂੰ decrease ਕਰਨ ਦੀ, ਔਰ ਇਸ layer ਦੀ tendency ਹੋਏਗੀ ਇਸ layer ਦੀ velocity ਨੂੰ increase ਕਰਨ ਦੀ। ਇਸ layer ਦੀ tendency ਇਹਦੀ velocity decrease ਕਰਨ ਦੀ ਆ, ਤੇ ਇਹਦੀ tendency ਇਸ layer ਦੀ velocity increase ਕਰਨ ਦੀ, ਯਾਨੀ each and every layer will interfere with the another layer। ਤੇ ਫਿਰ ਜਦੋਂ ਹਰ ਦੋ ਲੇਅਰਸ ਇੱਕ ਦੂਜੇ ਨਾਲ ਇੰਟਰਫੇਅਰ ਕਰਦੀਆਂ, ਤੇ during that interference there is a relative motion,
there is a relative motion between the ਕਹਿੰਦਾ ਜੀ two different layers ਤੇ ਜਦੋਂ ਉਹਨਾਂ ਚ relative motion ਆਂਦੀ ਆ ਤੇ relative motion between the two molecule is always to be responsible for the frictional force। ਮੈਂ ਹੁਣ ਗੱਲ ਕਿੱਥੇ ਲੈ ਕੇ ਚੱਲਿਆ, ਆਪਾਂ ਇਹ ਕਹਿੰਦੇ ਕਿ ਵੀ ਜੇ ਆਪਾਂ ਥਰਡ ਯੂਨਿਟ ਦੀ ਗੱਲ ਕਰੀਏ ਫ੍ਰਿਕਸ਼ਨ ਵਾਲੇ ਚੈਪਟਰ ਦੀ, ਤਾਂ ਜੇ ਅਸੀਂ ਕਿਹਾ ਸੀ ਦੋ ਤਰ੍ਹਾਂ ਦੀ ਫ੍ਰਿਕਸ਼ਨ ਆ, ਇੱਕ ਸੋਲਿਡ ਫ੍ਰਿਕਸ਼ਨ, ਇੱਕ ਲਿਕੁਇਡ ਫ੍ਰਿਕਸ਼ਨ। ਠੀਕ ਹੈ, ਤੇ ਲਿਕੁਇਡ ਫ੍ਰਿਕਸ਼ਨ ਦੀ ਗੱਲ ਇੱਥੇ ਕਰਦਾ ਪਿਆ ਕਿ ਜਦੋਂ ਕਿਸੇ ਕੰਟੇਨਰ 'ਚ ਲਿਕੁਇਡ ਪਾ ਕੇ ਜੇ ਉਹਨੂੰ ਮੈਂ ਹਿਲਾਉਂਦਾ ਹੋਵਾਂ ਤੇ ਆਫਟਰ ਸਮ ਟਾਈਮ ਜੋ ਲਿਕੁਇਡ ਰੁਕ ਜਾਂਦਾ, ਤਾਂ ਅਸੀਂ ਕਹਿੰਦੇ ਬੇਟਾ ਉਹਦਾ ਕਾਰਨ ਇਹ ਹੋਏਗਾ ਕਿ ਲਿਕੁਇਡ ਦੇ ਅੰਦਰ ਵੀ ਫ੍ਰਿਕਸ਼ਨਲ ਫੋਰਸਿਸ ਆ ਜਿਹੜੀਆਂ ਇੱਕ ਦੂਜੇ ਲੇਅਰ ਦੀ ਮੋਸ਼ਨ ਨੂੰ ਰਿਟਾਰਡ ਕਰਦੀਆਂ, ਸੇਮ ਐਜ਼ ਦਾ ਸੋਲਿਡ ਫ੍ਰਿਕਸ਼ਨ। ਆ ਹੱਥ ਨੂੰ ਜੇ ਮੈਂ ਇਸ ਹੱਥ ਤੇ ਮੂਵ ਕਰਾਉਣਾ ਚਾਹ ਰਿਹਾ ਤੇ ਇੱਕ ਹੱਥ ਦੇ ਮੋਲੀਕਿਊਲ ਦੂਜੇ ਹੱਥ ਦੇ ਮੋਲੀਕਿਊਲ ਦੀ ਮੋਸ਼ਨ ਨੂੰ ਅਪੋਜ਼ ਕਰਦੇ ਆ, ਰਿਲੇਟਿਵ ਮੋਸ਼ਨ ਬਣਾ ਕੇ। ਸਿਮਿਲਰਲੀ ਅਸੀਂ ਇਹ ਲੈ ਕੇ ਚੱਲਦੇ ਲਿਕੁਇਡ ਦੇ ਵਿੱਚ ਵੀ ਫ੍ਰਿਕਸ਼ਨਲ ਫੋਰਸ ਐਗਜ਼ਿਸਟ ਕਰਦੀ ਆ, ਔਰ ਜਦੋਂ ਇੱਕ ਲੇਅਰ ਦੂਜੀ ਲੇਅਰ ਦੀ ਵੈਲੋਸਿਟੀ ਨੂੰ ਅਲਟਰ ਕਰਦੀ ਤੇ ਇਹਨਾਂ ਲੇਅਰ ਦੇ ਵਿੱਚ ਅਸੀਂ ਕਹਿੰਦੇ ਜੀ ਫ੍ਰਿਕਸ਼ਨਲ ਫੋਰਸ ਬਿਲਟ ਅਪ ਹੋ ਜਾਂਦੀ, ਜਿਹਨੂੰ ਅਸੀਂ ਵਿਸਕਸ ਫੋਰਸ ਕਹਿੰਦੇ ਆ। ਠੀਕ ਹੈ, ਉਸ ਵਿਸਕਸ ਫੋਰਸ ਦਾ ਫਾਰਮੂਲਾ ਆਪਾਂ ਕਿਹੜੇ ਕਿਹੜੇ ਵੇਰੀਏਬਲ ਤੇ ਡਿਸਾਈਡ ਕਰਨਾ, ਉਹਦੇ ਲਈ ਆ ਫਿਗਰ ਲੈ ਕੇ ਚੱਲਦਾ ਪਿਆ। ਕਿਆ ਇੰਨੀ ਗੱਲ ਸਮਝ ਲੱਗੀ? Yes, sir. Yes, sir. Yes, sir. Yes, sir. ਚਲੋ ਹੁਣ ਇਹਦੇ ਅੰਦਰ ਵਾਪਸ ਆ ਰਹੇ ਹਾਂ ਫਿਰ ਦੁਬਾਰਾ। ਉਹ ਕਹਿੰਦਾ ਪੁੱਤ ਹੁਣ ਜਦੋਂ ਇੱਕ ਵਾਰੀ ਮੈਂ ਇਹਨੂੰ ਮੂਵ ਕਰਾਣਾ ਸ਼ੁਰੂ ਦੇ ਅੰਦਰ ਹਨਾ, ਤੇ ਉਸ ਮੂਵਮੈਂਟ ਤੇ ਮੈਨੂੰ ਫੋਰਸ ਜ਼ਿਆਦਾ ਲਗਾਣੀ ਪੈਣੀ, ਬਟ ਵਾਂਸ ਯੂ ਬ੍ਰਿੰਗ ਦਾ ਬੋਡੀ ਇਨ ਕਹਿੰਦਾ ਜੀ ਮੋਸ਼ਨ, ਉਸ ਤੋਂ ਬਾਅਦ ਮੈਨੂੰ ਐਸ ਸੱਚ ਜਿਹੜੀ ਸਟ੍ਰੈਸ ਆ ਉਹ ਥੋੜੀ ਵੀ ਲਗਾਵਾਂ ਤੇ ਸਟ੍ਰੇਨ ਬਹੁਤ ਜ਼ਿਆਦਾ ਆਏਗੀ। ਇਹਦਾ ਮਤਲਬ ਟਾਈਮ ਦੇ ਨਾਲ ਨਾਲ, ਜੇ ਮੈਂ ਵਰਡ ਟਾਈਮ ਐਡ ਕੀਤਾ ਤਾਂ ਕਿਸੇ ਗੱਲ ਕਰਕੇ ਕੀਤਾ ਵਾ, ਟਾਈਮ ਦੇ ਨਾਲ ਨਾਲ ਮੇਰੇ ਕੋਲ ਜਿਹੜੀ ਸਟ੍ਰੇਨ ਹੋਏਗੀ, ਠੀਕ ਹੈ, ਉਹ ਲੈਸ ਫੋਰਸ ਦੇ ਨਾਲ ਜ਼ਿਆਦਾ ਪ੍ਰੋਡਿਊਸ ਹੁੰਦੀ ਜਾਏਗੀ। ਮਤਲਬ ਥੋੜੀ ਫੋਰਸ ਵੀ ਲਗਾਵਾਂ ਤੇ ਲਾਰਜ ਸਟ੍ਰੇਨ ਜਿਹੜੀ ਮੇਰੀ ਪ੍ਰੋਡਿਊਸ ਹੋਏਗੀ। ਕਿਆ ਇੰਨੀ ਗੱਲ ਸਮਝ ਲੱਗੀ? Yes, sir. Yes, sir. Yes, sir. ਚਲੋ ਹੁਣ ਜਿੰਨੀ ਕੁ ਥਿਊਰੀ ਐਕਸਪਲੇਨ ਕਰਨੀ ਸੀ ਉਹ ਖਤਮ, ਹੁਣ ਮੈਥਮੈਟਿਕਲੀ ਸ਼ੁਰੂ ਕਰਨ ਲੱਗਿਆ ਦਾ ਪੋਰਸ਼ਨ। experimentally it has been observed that shear stress applied, tangential stress applied is directly proportional to strain rate। ਆਪਾਂ ਜਿਹੜਾ ਮੋਡੂਲਸ ਸ਼ੀਅਰ ਮੋਡੂਲਸ ਡਿਫਾਈਨ ਕਰਦੇ ਆ, ਉਹਦੇ ਸ਼ੀਅਰ ਮੋਡੂਲਸ ਅਸੀਂ ਕਹਿੰਦੇ tangential stress is directly proportional to strain rate ਨਹੀਂ ਹੁੰਦਾ। ਠੀਕ ਹੈ, ਉਹ ਚ ਟਾਈਮ ਨਹੀਂ ਇਨਵੋਲਵਡ ਹੈਗਾ। ਇਹ ਚ ਅਸੀਂ ਟਾਈਮ ਇਨਵੋਲਵਡ ਕਰਕੇ ਇਹ ਡਿਫਾਈਨ ਕਰ ਰਹੇ ਕਿ ਲਿਕੁਇਡ ਦੇ ਉੱਤੇ ਤੁਸੀਂ ਇੱਕ ਵਾਰੀ ਜਦੋਂ ਫੋਰਸ ਅਪਲਾਈ ਕੀਤੀ ਔਰ ਉਸ ਤੋਂ ਬਾਅਦ ਮੈਂ ਜੇਕਰ ਇੱਕ ਵਾਰੀ ਲਿਕੁਇਡ ਮੇਰਾ ਮੋਸ਼ਨ ਚ ਸੈਟਅਪ ਹੋ ਗਿਆ ਤੇ ਮੈਨੂੰ ਲੈਸ ਫੋਰਸ ਰਿਕੁਆਇਰਡ ਆ, ਇਵਨ ਟਾਈਮ ਦੇ ਨਾਲ ਨਾਲ ਮੇਰੀ ਅਪਲਾਈਡ ਫੋਰਸ ਜਿਹੜੀ ਉਹ ਘਟਦੀ ਜਾਏਗੀ। ਠੀਕ ਹੈ, ਉਹਨੇ ਇਸ ਚੀਜ਼ ਨੂੰ ਇਤੋਂ ਡਿਫਾਈਨ ਇਦਾਂ ਕਰ ਦਿੱਤਾ। ਆਪਾਂ ਇਤੋਂ ਸ਼ੁਰੂ ਕਰਦੇ ਪਏ ਕਿ experimentally it has been observed that tangential stress is directly proportional to strain rate। ਇਹਦੀ ਥਾਂ ਤੇ ਭਾਵੇਂ ਇਹ ਬੋਲ ਦਵਾਂ ਕਹਿੰਦਾ ਜੀ ਰੇਟ ਆਫ ਚੇਂਜ ਆਫ ਸਟ੍ਰੇਨ। ਠੀਕ ਹੈ, ਉਹ ਕਹਿੰਦਾ ਕਿੰਨੀ ਸਟ੍ਰੇਨ ਬਣੀ ਤੇ ਕਿੰਨੇ ਟਾਈਮ ਚ ਉਹ ਸਟ੍ਰੇਨ ਪ੍ਰੋਡਿਊਸ ਹੋਈ, ਉਹ ਟਾਈਮ ਵੀ ਮੈਟਰ ਕਰਦਾ ਵਾ। ਠੀਕ ਹੈ, ਤੇ ਜੇ ਮੈਂ ਇਸ ਮੂਵਮੈਂਟ ਤੇ ਇਹਦੇ ਪ੍ਰਪੋਰਸ਼ਨੈਲਿਟੀ ਕਾਂਸਟੈਂਟ ਨੂੰ ਇੱਥੇ ਲਗਾਉਣਾ ਹੋਵੇ ਇਕੁਐਲਿਟੀ ਦਾ ਸਾਈਨ ਇੰਟਰੋਡਿਊਸ ਕਰਨ ਲਈ, ਤੇ ਉਹ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਆ ਜਾਊ। ਦੇਅਰਫੋਰ tangential stress is equal to eta times the, eta मेरा coefficient of viscosity ਦਾ symbol होएगा, proportionality constant आ। ठीक है, eta times the strain rate। क्या any term पहले समझ लगी जी? Yes, sir. Yes, sir. therefore ये तो अपन डिफाइन करिए तो eta साडा आ जाएगा tangential stress over strain rate। ਹੁਣ ਇਹਨੂੰ ਲਿਖ ਰਹੇ ਆ ਮੈਥਮੈਟਿਕਲੀ। ਠੀਕ ਹੈ ਜੀ, ਆਪਣੇ ਕੋਲ ਜਿਹੜੀ ਟੈਂਜੈਂਸ਼ੀਅਲ ਸਟ੍ਰੈਸ ਆਈ ਆ, ਠੀਕ ਹੈ, ਸਟ੍ਰੈਸ ਆਪਣੇ ਕੋਲ ਜਿਹੜੀ ਆਪਾਂ F ਫੋਰਸ ਲਗਾਈ ਸੀ
ਤੇ ਜਿਹੜਾ ਟਿਊਬ ਦਾ ਕ੍ਰਾਸ ਸੈਕਸ਼ਨਲ ਏਰੀਆ ਜਿਹੜਾ ਲਿਕੁਇਡ ਦੀ ਲੇਅਰ ਹੋਏਗੀ ਜਿਹਦੇ ਉੱਤੇ ਮੈਂ ਇਹ ਫੋਰਸ ਲਗਾਈ ਆ ਉਹਦਾ ਏਰੀਆ ਆਫ ਕ੍ਰਾਸ ਸੈਕਸ਼ਨ ਉਸ ਲੇਅਰ ਦਾ ਆਪਾਂ A ਮੰਨ ਲਈਏ, F ਮੈਂ ਉੱਤੇ ਫੋਰਸ ਲਗਾਈ ਆ, ਇਸ ਲਈ ਟੈਂਜੈਂਸ਼ੀਅਲ ਸਟ੍ਰੈਸ ਦੀ ਵੈਲਿਊ ਫੋਰਸ ਬਾਈ ਏਰੀਆ ਆ ਜੂ। ਕਿਆ ਟੈਂਜੈਂਸ਼ੀਅਲ ਸਟ੍ਰੈਸ ਕਲੀਅਰ ਆ? Yes, sir. sir. ਹੁਣ ਅਗਲੀ ਟਰਮ ਧਿਆਨ ਨਾਲ ਸਮਝ ਲਓ। ਆਪਾਂ ਜੇ ਐਸਐਚ ਇੱਥੇ ਸਟ੍ਰੇਨ ਰੇਟ ਪੜ੍ਹਦੇ ਪਏ ਤਾਂ ਸਟ੍ਰੇਨ ਰੇਟ ਕਿਹਾ ਜਾ ਰਿਹਾ ਸਟ੍ਰੇਨ ਪਰ ਯੂਨਿਟ ਟਾਈਮ ਨੂੰ। ਸਟ੍ਰੇਨ ਆਪਾਂ ਕਿਹਨੂੰ ਕਹਿੰਦੇ, ਇੱਥੇ ਆਪਾਂ ਆਲਰੇਡੀ ਇਹ ਚੀਜ਼ ਦੱਸੀ ਹੋਈ ਇਸ ਫਿਗਰ ਦੇ ਅਕੋਰਡਿੰਗਲੀ ਸ਼ੀਅਰ ਸਟ੍ਰੈਸ ਲਗਾ ਟੈਂਜੈਂਸ਼ੀਅਲ ਸਟ੍ਰੈਸ ਲਗਾ ਕੇ ਜਦੋਂ ਸ਼ੀਅਰ ਸਟ੍ਰੇਨ ਆਂਦੀ ਆ ਤੇ ਸ਼ੀਅਰ ਸਟ੍ਰੇਨ ਅਸੀਂ ਕਿਹਨੂੰ ਡਿਫਾਈਨ ਕੀਤਾ ਸੀਗਾ ਕਿ ਜਦੋਂ ਆ ਫੇਸ ਆਪਣੀ ਥਾਂ ਤੋਂ ਡਿਸਪਲੇਸ ਹੋਇਆ ਹਨਾ, ਇਹਨੇ ਇਸ ਥਾਂ ਤੇ ਜਿਹੜਾ ਐਂਗਲ ਬਣਾਇਆ ਇਸ ਐਂਗਲ ਨੂੰ ਅਸੀਂ ਸ਼ੀਅਰ ਸਟ੍ਰੇਨ ਕਹਿੰਦੇ ਆ। ਔਰ ਐਂਗਲ ਥੀਟਾ ਦੀ ਡੈਫੀਨੇਸ਼ਨ ਸੀ ਆਰਕ ਡੈਲਟਾ ਐਲ ਪਰ ਯੂਨਿਟ ਕਹਿੰਦਾ ਜੀ ओरिजिनल डिस्टेंस बिटवीन द टू, यानी थीटा ਦਾ ਫਾਰਮੂਲਾ ਇੱਥੇ ਡੈਲਟਾ ਐਲ ਬਾਈ ਐਲ ਸੀਗਾ। ਕਲੀਅਰ ਹੈ ਜੋ ਬੋਲਦਾ ਪਿਆ? Yes. ਹੁਣ ਇੱਥੇ ਵੀ ਸੇਮ ਵਰਡ ਲੈ ਕੇ ਚੱਲਾਂ ਤੇ ਇਸ ਥਾਂ ਤੇ ਲਿਕੁਇਡ ਜਦੋਂ ਆਪਣੀ ਥਾਂ ਤੋਂ ਡਿਸਪਲੇਸ ਹੋਇਆ ਤਾਂ ਅਸੀਂ ਕਹਿੰਦੇ ਜੀ ਥੀਟਾ ਐਂਗਲ ਤੇ ਡਿਸਪਲੇਸ ਹੋਇਆ ਤੇ ਥੀਟਾ ਦਾ ਫਾਰਮੂਲਾ ਬੋਲਣਾ ਹੋਵੇ ਡੈਲਟਾ ਐਕਸ ਫੇਸ ਦੀ ਡਿਸਪਲੇਸਮੈਂਟ ਆਈ ਆ ਤੇ ਐਲ ਫਿਕਸਡ ਤੇ ਮੂਵੇਬਲ ਫੇਸ ਦੇ ਵਿਚਲਾ ਡਿਸਟੈਂਸ ਆ। ਇਹਦਾ ਮਤਲਬ ਜੇ ਮੈਂ ਸਟ੍ਰੇਨ ਲਿਖਣੀ ਹੋਵੇ ਤੇ ਸਟ੍ਰੇਨ ਮੇਰੀ ਡੈਲਟਾ ਐਕਸ ਬਾਈ ਐਲ ਆ ਜਾਏਗੀ। ਕਲੀਅਰ ਆ? Yes, sir. ਔਰ Yes, ਅਸੀਂ ਵਰਡ sir. ਯੂਜ਼ ਕੀਤਾ ਕਹਿੰਦਾ ਜੀ ਇੱਥੇ ਜਿਹੜਾ ਅਸੀਂ ਵਰਡ ਯੂਜ਼ ਕੀਤਾ ਸਟ੍ਰੇਨ ਰੇਟ ਤੇ ਜੇ ਸਟ੍ਰੇਨ ਰੇਟ ਲਿਖਦਾ ਪਿਆ ਤੇ ਇਹਦਾ ਮਤਲਬ ਆ ਡਿਵਾਈਡਡ ਬਾਈ ਟਾਈਮ ਵੀ ਇਨਵੋਲਡ ਆ, ਪਰ ਯੂਨਿਟ ਟਾਈਮ ਇਨਵੋਲਡ ਆ। ਸੋ ਆ ਮੇਰੀ ਸਟ੍ਰੈਸ ਕਹਿੰਦਾ ਜੀ ਸਟ੍ਰੇਨ ਬਣੀ ਡਿਵਾਈਡਡ ਬਾਈ ਇਹਨੂੰ ਲੈ ਕੇ ਚੱਲਾਂ ਤੇ ਡਿਵਾਈਡਡ ਬਾਈ ਇਹਨੂੰ ਟਾਈਮ ਕਰ ਲਓ, ਠੀਕ ਹੈ, ਤੇ ਆ ਰੇਟ ਆਫ ਚੇਂਜ ਆਫ ਸਟ੍ਰੇਨ ਆ ਜਾਏਗੀ। ਕਿਆ ਐਨੀ ਟਰਮ ਕਲੀਅਰ ਆ? Yes, sir. ਇਹਦੇ ਵਿੱਚੋਂ ਡੈਲਟਾ ਐਕਸ ਬਾਈ ਡੈਲਟਾ ਟੀ ਜੇ ਮੈਂ ਇੰਨੀ ਟਰਮ ਨੂੰ ਪੜਾਂ ਫੇਸ ਦੀ ਕਿੰਨੀ ਡਿਸਪਲੇਸਮੈਂਟ ਹੋਈ ਤੇ ਕਿੰਨੇ ਟਾਈਮ ਚ ਡਿਸਪਲੇਸਮੈਂਟ ਹੋਈ, ਇਹ ਪਹਿਲੀ ਟਰਮ ਧਿਆਨ ਨਾਲ ਸਮਝ ਲਓ, ਮੁੜ ਕੇ ਆਪਣਾ ਸੌਖਾ ਵਾ ਕੰਮ। ਡੈਲਟਾ ਐਕਸ ਫੇਸ ਦੀ ਡਿਸਪਲੇਸਮੈਂਟ ਆ ਔਰ ਡੈਲਟਾ ਐਕਸ ਡਿਸਪਲੇਸਮੈਂਟ ਹੁੰਦੇ ਹੁੰਦੇ ਡੈਲਟਾ ਟੀ ਦਾ ਟਾਈਮ ਲੱਗਿਆ ਤੇ ਡਿਸਪਲੇਸਮੈਂਟ ਬਾਈ ਟਾਈਮ ਨੂੰ ਵੈਲੋਸਿਟੀ ਕਹਿੰਦੇ। Yes, sir. ਇਹਦਾ ਮਤਲਬ ਜੇ ਮੈਂ ਇਥੋਂ ਡਿਫਾਈਨ ਕਰਾਂ ਤੇ ਮੇਰਾ ਡੈਲਟਾ ਐਕਸ ਬਾਈ ਡੈਲਟਾ ਟੀ ਜਿਹੜਾ ਵਾ that is equal to v ਆਪਾਂ ਡਿਫਾਈਨ ਕਰਦੇ velocity of liquid layer, ਠੀਕ ਹੈ। ਆ ਲਿਕੁਇਡ ਦੀ ਲੇਅਰ ਜਿਹੜੀ ਇੱਥੇ ਕੰਟੈਕਟ ਹੈ ਰੈਸਟ ਵਿੱਚ ਆ ਤੇ ਇੱਥੇ ਵਾਲੀ ਲਿਕੁਇਡ ਲੇਅਰ ਜਿਹੜੀ ਆ ਉਹ v velocity ਨਾਲ ਮੂਵ ਕਰਦੀ ਪਈ, ਯਾਨੀ ਉਹ velocity of liquid ਆ ਜੂਗੀ। Yes, sir. ਉਹ ਬਾਕੀ ਸੁਸਤ ਹੋਏ ਹੋਏ ਮੈਂ ਆਪਣੇ ਵੱਲੋਂ ਰੱਜ ਕੇ ਜ਼ੋਰ ਲਾਈ ਜਾ ਰਿਹਾ ਤਾਂ ਕੋਈ ਰਿਸਪੌਂਸ ਹੀ ਨਹੀਂਗਾ। ਦੇਅਰਫੋਰ ਇਥੋਂ ਈਟਾ ਡਿਫਾਈਨ ਕਰੀਏ ਤੇ ਆਪਣੀ ਟਰਮ ਬਣ ਜਾਂਦੀ ਆ f ਬਾਈ a, ਠੀਕ ਹੈ ਜੀ। ਡੈਲਟਾ x ਬਾਈ ਡੈਲਟਾ t ਨੂੰ ਅਸੀਂ b ਨਾਲ ਡਿਫਾਈਨ ਕਰ ਦਈਏ, ਠੀਕ ਹੈ। ਔਰ ਦੂਜੀ ਟਰਮ ਮੇਰੇ ਕੋਲ ਜਿਹੜੀ ਆ ਗਈ l ਮੇਰੇ ਕੋਲ ਉੱਪਰ ਚਲ ਜੂ। Yes, sir. Yes, sir. ਆਟਮ ਬਣ ਜਾਏਗੀ। ਸੋ ਆ ਮੇਰੇ ਕੋਲ ਈਟਾ ਦਾ ਫਾਰਮੂਲਾ ਆ ਜਾਣਾ ਕਿ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਕਿਹੜੇ ਕਿਹੜੇ ਫੈਕਟਰ ਤੇ ਡਿਪੈਂਡੈਂਟ ਆ। ਜਿੰਨੀ ਲਿਕੁਇਡ ਲੇਅਰ ਦੇ ਵਿੱਚ ਵਿਸਕਸ ਫੋਰਸ ਜ਼ਿਆਦਾ ਲੱਗੇਗੀ ਇਹ ਮਤਲਬ ਉਨਾ ਹੀ ਉਸ ਲਿਕੁਇਡ ਦਾ ਮੇਰੇ ਕੋਲ ਜਿਹੜਾ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਹੋ ਜਾ। ਇਹਦਾ ਮਤਲਬ ਕੋਈ ਵੀ ਲਿਕੁਇਡ ਮੇਰਾ ਕਿੰਨਾ ਕੋਈ ਵੀ ਲਿਕੁਇਡ ਮੇਰਾ ਜਿੰਨਾ ਜ਼ਿਆਦਾ ਵਿਸਕਸ ਹੋਏਗਾ, ਮਤਲਬ ਮੈਨੂੰ ਉਹਦੀ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਦੀ ਵੈਲਿਊ ਦਿੱਤੀ ਹੋਵੇ, ਜਸਟ ਇੱਕ ਐਗਜ਼ਾਮਪਲ ਦੇ ਰਿਹਾ, ਮੰਨ ਲਓ ਵਾਟਰ ਦੀ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਦੀ ਵੈਲਿਊ 1 ਵਾ, ਵਾਟਰ ਦੀ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਦੀ ਵੈਲਿਊ 1 ਵਾ ਤੇ ਸਾਡੇ ਬਲੱਡ ਦੀ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਦੀ ਵੈਲਿਊ ਮੰਨ ਲਓ ਮੇਰੇ ਕੋਲ 1.3 ਆ। ਤੇ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਵਾਟਰ ਨਾਲ ਕੰਪੇਅਰ ਕਰਕੇ ਉਸ ਲਿਕੁਇਡ ਦੀ ਵਿਸਕਸਨੈਸ ਮੇਜ਼ਰ ਕਰਦੇ ਹਾਂ। ਜਿੰਨੀ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਦੀ ਵੈਲਿਊ ਜ਼ਿਆਦਾ ਹੋਏਗੀ ਇਹਦਾ ਮਤਲਬ ਉਹ ਲਿਕੁਇਡ ਉਨਾ ਹੀ ਜ਼ਿਆਦਾ ਵਿਸਕਸ ਹੋਏਗਾ, ਉਨਾ ਹੀ ਜ਼ਿਆਦਾ ਗਾੜਾ ਹੋਏਗਾ, ਉਹਦਾ ਫਲੋ ਉਨਾ ਹੀ ਕਿੰਨਾ ਜੀ ਸਲੋ ਹੋਏਗਾ। ਕਿਆ ਆ ਗੱਲ ਸਮਝ ਲੱਗਦੀ ਵੀ ਜੋ ਕਹਿ ਰਿਹਾ? Yes, sir. Yes, sir. Yes, sir. ਵਾਟਰ ਦੀ ਵਿਸਕੋਸਿਟੀ ਕੋਐਫੀਸ਼ੀਐਂਟ ਆਫ ਵਿਸਕੋਸਿਟੀ 1 ਆ ਤੇ ਬਲੱਡ ਦੀ ਜਿਹੜੀ ਆ ਉਹ ਨੀਅਰ ਅਬਾਊਟ 3 ਦੇ ਆਸ-ਪਾਸ ਆ। ਮੈਂ 1.3 ਪਹਿਲਾਂ ਕਹਿ ਰਿਹਾ ਸੀ ਪਰ ਐਕਚੁਅਲ ਬੋਲੀਏ ਤੇ ਉਹ 3 ਦੇ ਆਸ-ਪਾਸ ਆ, ਯਾਨੀ 3 ਟਾਈਮ ਮੋਰ ਵਿਸਕਸ ਆ
ਸਾਡੀਆਂ ਆ ਨਾੜਾਂ ਦੇ ਵਿੱਚ ਜਿਹੜਾ ਵਾ ਕਹਿੰਦਾ ਜੀ ਜੇ ਪਾਣੀ ਫਲੋ ਕਰਦਾ ਹੋਵੇ ਤਾਂ ਫਾਸਟ ਫਲੋ ਕਰੇਗਾ, ਤੇ ਜਦ ਕਿ ਜਿਹੜਾ ਤੁਹਾਡੇ ਕੋਲ ਐਸਐਚ ਬਲੱਡ ਫਲੋ ਕਰਦਾ ਉਹਦੀ ਵਿਸਕਸਨੈਸ ਜਿਹੜੀ ਹੋਏਗੀ ਉਹ ਐਸਐਚ ਕਹਿੰਦਾ ਜੀ ਵਾਟਰ ਦੇ ਨਾਲੋਂ ਮੇਰੇ ਕੋਲ ਜਿਹੜੀ ਆ ਉਹ ਜ਼ਿਆਦਾ ਵਾ। ਸੋ ਜਿੰਨੀ ਵਿਸਕਸਨੈਸ ਜ਼ਿਆਦਾ ਇਹਦੇ ਨਾਲ ਓਨੀ ਹੀ ਲਿਕੁਇਡ ਦੀ ਫਲੋ ਕਰਨ ਵੇਲੇ ਫ੍ਰਿਕਸ਼ਨਲ ਫੋਰਸਿਸ ਜਿਹੜੀਆਂ ਉਹ ਜ਼ਿਆਦਾ। ਕਿਆ ਇਨੀ ਗੱਲ ਕਲੀਅਰ ਆ? Yes. ਚਲ ਹੁਣ ਅੱਗੇ ਕੰਟੀਨਿਊ ਕਰ ਰਹੇ ਆ। ਆ ਜਿਹੜਾ ਫਾਰਮੂਲਾ ਲਿਖਿਆ ਇਹਦੀ ਇੱਕ ਵੈਲਿਊ ਅਸੀਂ ਹੋਰ ਬਣਾ ਕੇ ਲਿਖ ਦਿੰਨੇ ਇਹਦੀ ਜਗ੍ਹਾ ਤੇ, ਇਹਨੂੰ ਆਪਾਂ ਇਦਾਂ ਵੀ ਲਿਖ ਲੈਨੇ ਈਟਾ ਇਕੁਅਲ ਟੂ f by a, ਇਹਨੂੰ dv by dx ਵੀ ਲਿਖ ਦਿੰਨੇ। dv by dx ਲਿਖ ਦੋ, dv by dl ਲਿਖ ਦੋ, ਇੱਕੋ ਹੀ ਚੀਜ਼ ਆ। ਮਤਲਬ ਕੀ ਆ, ਇੱਕ ਲੇਅਰ ਤੋਂ ਚੱਲਦੇ ਚੱਲਦੇ ਦੂਜੀ ਲੇਅਰ ਤੱਕ ਜਦੋਂ ਮੈਂ ਗਿਆ, ਠੀਕ ਹੈ, ਮੰਨ ਲਓ ਆਪਾਂ ਇਦਾਂ ਕਹਿ ਦਿੰਨੇ ਕਿ ਆ ਜਿਹੜੀ ਲੈਂਥ ਕਵਰ ਕੀਤੀ ਆ ਉੱਪਰ ਤੇ ਲੋਅਰ ਐਜ ਦੇ ਵਿੱਚ 10 ਸੈਂਟੀਮੀਟਰ ਹੋਵੇ, ਇਸ ਐਂਡ ਦੀ ਵੈਲੋਸਿਟੀ 0 ਆ, ਉੱਪਰ ਵਾਲੇ ਫਲੋ ਕਰਨ ਵਾਲੀ ਲੇਅਰ ਦੀ ਵੈਲੋਸਿਟੀ 100 ਮੀਟਰ ਪਰ ਸੈਕਿੰਡ ਆ। ਇਹਦਾ ਮਤਲਬ ਇਹ ਹੋਇਆ ਇੱਥੇ 0 ਤੋਂ ਉੱਪਰ 100 ਬੰਦੇ ਬੰਦੇ ਹਰ ਲੇਅਰ ਤੇ ਲਿਕੁਇਡ ਦੀ ਵੈਲੋਸਿਟੀ ਚੇਂਜ ਹੁੰਦੀ ਗਈ ਆ। Yes, sir. ਠੀਕ ਹੈ, ਜੇ ਹਰ ਪੋਜੀਸ਼ਨ ਤੇ ਲਿਕੁਇਡ ਲੇਅਰ ਦੀ ਵੈਲੋਸਿਟੀ ਡਿਫਰੈਂਟ ਆ ਤੇ ਅਸੀਂ ਇੱਕ ਟਰਮ ਇੰਟਰੋਡਿਊਸ ਕਰ ਸਕਦੇ ਜਿਹਨੂੰ ਨਾਮ ਦੇ ਦਈਏ ਵੈਲੋਸਿਟੀ ਗ੍ਰੇਡੀਐਂਟ। ਮਤਲਬ ਪਹਿਲੀ ਲੇਅਰ ਤੇ ਵੈਲੋਸਿਟੀ ਕਿੰਨੀ ਤੇ ਅਗਲੀ ਤੇ ਕਿੰਨੀ, ਹਨਾ। ਉਹ ਕਹਿੰਦਾ ਵੀ ਜੇ ਪਹਿਲੀ ਤੇ ਲਾਸਟ ਲੇਅਰ ਦੇ ਵਿੱਚ ਵੈਲੋਸਿਟੀ ਦਾ ਡਿਫਰੈਂਸ ਮੇਰੇ ਕੋਲ ਜਿਹੜਾ ਵਾ ਉਹ 100 ਮੀਟਰ ਪਰ ਸੈਕਿੰਡ ਆਇਆ ਵਾ, ਠੀਕ ਹੈ, ਮਤਲਬ ਇਹਦੀ ਵੈਲੋਸਿਟੀ 0 ਉਹਦੀ ਵੈਲੋਸਿਟੀ 100 ਮੰਨ ਲਓ, ਇਹ ਮਤਲਬ 100 ਮੀਟਰ ਪਰ ਸੈਕਿੰਡ ਦਾ ਡਿਫਰੈਂਸ ਇਨ ਵੈਲੋਸਿਟੀ ਆ, ਠੀਕ ਹੈ, ਡਿਵਾਈਡਡ ਬਾਈ ਕਹਿੰਦਾ ਜੀ ਲੈਂਥ ਆਫ ਦਾ ਲੇਅਰ ਕਰ ਦਈਏ। ਆ ਜਿਹੜਾ ਮੇਰੇ ਕੋਲ ਡਿਫਰੈਂਸ ਬਿਟਵੀਨ ਦਾ ਟੂ ਕਹਿੰਦਾ ਜੀ ਲੇਅਰ ਆਂਦਾ, ਠੀਕ ਹੈ, ਇਹਦੀ ਲੈਂਥ ਨਾਲ ਡਿਵਾਈਡ ਕਰ ਲਵਾਂ ਤੇ ਇਹਦਾ ਮਤਲਬ dv by dx ਜਿਹੜਾ ਬਣਦਾ ਪਿਆ, dv by dx ਜਿਹੜਾ ਬਣਦਾ ਪਿਆ 100 ਮੀਟਰ ਪਰ ਸੈਕਿੰਡ ਓਵਰ ਕਹਿੰਦਾ ਜੀ 10 ਮੀਟਰ ਲੈ ਲਓ, ਠੀਕ ਹੈ। ਇਹਦਾ ਮਤਲਬ ਮੇਰੇ ਕੋਲ ਐਸਐਚ ਕੀ ਹੋਏਗਾ, ਜੇ 10 ਮੀਟਰ ਦੇ ਗੈਪ ਨਾਲ ਡਿਵਾਈਡ ਕਰਾਂ ਤੇ ਮੈਨੂੰ ਇਹ ਮਿਲ ਜਾਏਗਾ 10 ਮੀਟਰ ਪਰ ਸੈਕਿੰਡ, 10 ਮੀਟਰ ਪਰ ਸੈਕਿੰਡ ਵੈਲੋਸਿਟੀ ਚੇਂਜ ਹੁੰਦੀ ਪਈ ਆ ਪਰ ਮੀਟਰ। ਉਹ ਤਾਂ ਗੱਲ ਸਮਝ ਲੱਗੀ। ਇੱਕ ਲੇਅਰ ਤੋਂ ਦੂਜੀ ਲੇਅਰ ਤੱਕ ਜਾਂਦੇ ਜਾਂਦੇ ਜਿਹੜੀ ਵੈਲੋਸਿਟੀ ਦੀ ਚੇਂਜ ਆ ਉਹ ਕਹਿੰਦਾ ਜੀ ਇਹਦਾ 10 ਮੀਟਰ ਪਰ ਸੈਕਿੰਡ ਦੀ ਵੈਲੋਸਿਟੀ ਹਰ ਇੱਕ ਮੀਟਰ ਨੂੰ ਕਵਰ ਕਰਨ ਤੋਂ ਬਾਅਦ ਚੇਂਜ ਹੁੰਦੀ ਜਾਊ। Yes, sir. Yes, sir. ਬੱਚੇ ਟਰਮ ਸ਼ੁਰੂ ਚ ਧਿਆਨ ਨਾਲ ਸਮਝਣ ਵਾਲੀਆਂ ਹੈਗੀਆਂ, ਕਿ ਸਮਝ ਲੱਗਦਾ ਪਿਆ ਜੋ ਦੱਸਦਾ ਪਿਆ? Yes, sir. ਸੋ Yes, dv by dx ਇੱਥੇ ਜਿਹੜੀ ਟਰਮ ਆ dv by dx ਇਹ ਬੇਸਿਕਲੀ ਮੇਰੀ ਟਰਮ ਜਿਹੜੀ ਵੈਲੋਸਿਟੀ ਗ੍ਰੇਡੀਐਂਟ ਬਣਦੀ ਪਈ ਆ, ਕਿ ਹਾਊ ਮਚ ਵੈਲੋਸਿਟੀ ਵਿਲ ਬੀ ਚੇਂਜ ਪਰ ਯੂਨਿਟ ਡਿਸਟੈਂਸ ਕਵਰ, ਉਹਨੂੰ ਅਸੀਂ ਵੈਲੋਸਿਟੀ ਗ੍ਰੇਡੀਐਂਟ ਕਹਿੰਦੇ ਪਏ। ਇੱਥੇ ਅਸੀਂ ਇਹਨੂੰ v by l ਲਿਖ ਲਿਆ, ਠੀਕ ਹੈ ਜੀ। v by l ਵੀ ਆਪਣੇ ਆਪ ਚ ਮੇਰਾ ਜਿਹੜਾ ਵਾ ਉਹ ਵੈਲੋਸਿਟੀ ਗ੍ਰੇਡੀਐਂਟ ਆ, ਤੇ ਲੋਡ ਪੈਣ ਤੇ ਇਹਨੂੰ dv by dx ਵੀ ਲਿਖ ਲਾਂਗੇ। ਕਿਆ ਗੱਲ ਸਮਝ ਲੱਗ ਗਈ ਜੀ ਇਹ ਵਾਲੀ? Yes, sir. ਚਲ ਹੁਣ ਜੇ ਇਹਦੇ ਯੂਨਿਟ ਤੇ ਆ ਜਾਈਏ, ਜੇ ਇਹਦੇ ਡਾਈਮੈਂਸ਼ਨ ਤੇ ਆ ਜਾਈਏ, ਤੇ ਯੂਨਿਟ ਆਫ ਈਟਾ ਡਿਫਾਈਨ ਕਰੀਏ, ਤੇ ਈਟਾ ਦਾ ਯੂਨਿਟ ਆਪਣੇ ਕੋਲ ਜਿਹੜਾ ਐਸਐਚ ਆਂਦਾ ਇਹਨੂੰ ਅਸੀਂ ਨਾਮ ਦਿੰਨੇ, ਇਹਦਾ ਯੂਨਿਟ ਹੋਏਗਾ ਪੋਇਜ਼ਲ, ਠੀਕ ਹੈ। ਇਹਦੇ ਯੂਨਿਟ ਨੂੰ ਅਸੀਂ ਪੋਇਜ਼ਲ ਡਿਫਾਈਨ ਕਰਦੇ ਆ, ਠੀਕ ਹੈ ਜੀ। ਆ ਨਾ ਲਾਓ, ਪੋਇਜ਼ਲ ਆ ਗਿਆ, ਔਰ ਇਹਦਾ ਸਿੰਬਲ ਜਿਹੜਾ ਅਸੀਂ ਯੂਜ਼ ਕਰਦੇ ਪੋਇਜ਼ਲ ਵਾਸਤੇ ਉਹ PL ਹੋਏਗਾ, ਠੀਕ ਹੈ। ਪੋਇਜ਼ਲ ਮੇਰੇ ਕੋਲ ਐਸਐਚ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਦਾ SI ਯੂਨਿਟ ਆ, ਔਰ ਕੁਝ ਇਥੋਂ ਡਿਫਾਈਨ ਕਰਨਾ ਹੋਵੇ ਆਪਾਂ ਇਥੋਂ ਡਿਫਾਈਨ ਕਰੀਏ ਤੇ 1 ਪੋਇਜ਼ਲ ਕਿਹਦੇ ਬਰਾਬਰ ਆਏਗਾ, ਕਹਿੰਦਾ ਜੀ ਜੇ ਮੈਂ ਇਥੋਂ ਲੈ ਕੇ ਚੱਲਾਂ ਤੇ ਆ ਟਰਮ ਆਪਾਂ ਇਹਨੂੰ ਡਿਫਾਈਨ ਇਦਾਂ ਕਰ ਦਿੰਨੇ, we know that ਈਟਾ ਦਾ ਫਾਰਮੂਲਾ ਆ ਗਿਆ ਮੇਰੇ ਕੋਲ FL by A into V, ਇਹਦੇ ਵਿੱਚੋਂ ਫੋਰਸ ਬਾਈ ਏਰੀਆ ਪੜ ਲਵਾਂ ਤੇ ਫੋਰਸ ਬਾਈ ਏਰੀਆ ਮੇਰਾ ਪ੍ਰੈਸ਼ਰ ਆ, ਠੀਕ ਹੈ। ਫੋਰਸ ਬਾਈ ਏਰੀਆ ਮੇਰਾ ਪ੍ਰੈਸ਼ਰ ਹੋਏਗਾ, ਤੇ ਪ੍ਰੈਸ਼ਰ ਦਾ ਯੂਨਿਟ ਜਿਹੜਾ ਵਾ, ਠੀਕ ਹੈ, ਪ੍ਰੈਸ਼ਰ ਦਾ ਯੂਨਿਟ ਮੇਰੇ ਕੋਲ ਪਾਸਕਲ ਆ ਜਾਏਗਾ, ਹਨਾ। ਇਹਦਾ ਯੂਨਿਟ ਮੇਰੇ ਕੋਲ ਪਾਸਕਲ ਆ ਜਾਏਗਾ। ਲੈਂਥ ਦਾ ਯੂਨਿਟ ਮੇਰੇ ਕੋਲ ਮੀਟਰ ਆ ਗਿਆ, ਓਵਰ ਮੇਰੇ ਕੋਲ ਮੀਟਰ ਪਰ ਸੈਕਿੰਡ ਆ, ਹਨਾ। ਤੇ ਜੇ ਇਹਦੇ ਵਿੱਚੋਂ ਮੀਟਰ ਕੈਨਸਲ ਕਰ ਲਵਾਂ ਤੇ ਇਹਦਾ ਮਤਲਬ ਪਾਸਕਲ ਸੈਕਿੰਡ, ਪਾਸਕਲ ਸੈਕਿੰਡ ਜਿਹੜਾ ਵਾ ਉਹ 1 ਪੋਇਜ਼ਲ ਨੂੰ ਕਿਹਾ ਜਾ ਰਿਹਾ। ਗੱਲ ਸਮਝ ਆਈ? Yes, sir. Yes, sir. ਨਵਾਂ ਯੂਨਿਟ ਆ, ਪਹਿਲੋਂ ਨਹੀਂ ਆਪਾਂ ਪੜਿਆ, ਪਹਿਲੀ ਵਾਰੀ ਟਰਮ ਆ ਰਹੀ ਆ, ਇਸ ਲਈ ਉੱਤੇ ਟਾਈਮ ਲਾ ਰਹੇ ਆ। ਪੋਇਜ਼ਲ ਮੇਰੇ ਕੋਲ ਜਿਹੜਾ SH ਕੋਐਫੀਸ਼ੀਐਂਟ ਆਫ ਵਿਸਕੋਸਿਟੀ ਦਾ ਯੂਨਿਟ ਆ, SI ਯੂਨਿਟ ਆ,
ठीक है तो ਅਸੀਂ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਦੀ ਵੈਲਿਊ ਨੂੰ 1 ਪੋਇਜ਼ਲ ਕਦੋਂ ਕਹਿ ਸਕਦੇ ਹਾਂ ਕਿ ਜੇ ਹੁਣ ਮੈਂ ਇਥੋਂ ਡੈਫੀਨੇਸ਼ਨ ਦੇਣੀ ਹੋਵੇ 1 ਪੋਇਜ਼ਲ ਕਾਦੇ ਬਰਾਬਰ ਉਹ ਕਹਿੰਦਾ ਜੀ when 1 ਨਿਊਟਨ ਫੋਰਸ will applied ठीक है जी across the two layers ठीक है जी whose difference is 1 meter ठीक है and area of cross section of the liquid layer is 1 meter square and the velocity of the liquid layer is to be 1 meter per second मतलब ਜੇ ਮੇਰੇ ਕੋਲ ਐਸਐਚ ਕਿਸੇ ਪਾਈਪ ਚ ਲਿਕੁਇਡ ਫਲੋ ਕਰਦਾ ਪਿਆ ਉਹਦੇ ਚ ਜਿਹੜੀ ਵਿਸਕਸ ਫੋਰਸ ਆ ਜਦੋਂ 1 ਨਿਊਟਨ ਐਕਟ ਕਰੇਗੀ ਉਸ ਲਿਕੁਇਡ ਲੇਅਰ ਦੇ ਕ੍ਰਾਸ ਜਿਹਦਾ ਏਰੀਆ ਆਫ ਕ੍ਰਾਸ ਸੈਕਸ਼ਨ 1 ਮੀਟਰ ਸਕੁਅਰ ਹੋਏਗਾ ਤੇ ਉਸ ਲਿਕੁਇਡ ਲੇਅਰ ਦੇ ਅਕ੍ਰਾਸ ਜਿਹੜੀ ਵੈਲੋਸਿਟੀ ਗ੍ਰੇਡੀਐਂਟ ਦੀ ਵੈਲਿਊ ਆ ਜਿਹੜੀ ਵੈਲੋਸਿਟੀ ਗ੍ਰੇਡੀਐਂਟ ਦੀ ਵੈਲਿਊ ਉਹ 1 ਮੀਟਰ ਪਰ ਸੈਕਿੰਡ ਪਰ ਮੀਟਰ ਹੋਵੇ ਮਤਲਬ ਇੱਕ ਤੋਂ ਦੂਜੀ ਲੇਅਰ ਦੇ ਵਿਚਲਾ ਜੇ 1 ਮੀਟਰ ਦਾ ਗੈਪ ਆ ਉਹਦੇ ਵਿੱਚ ਲਿਕੁਇਡ ਦੀ ਵੈਲੋਸਿਟੀ 1 ਮੀਟਰ ਪਰ ਸੈਕਿੰਡ ਦੇ ਹਿਸਾਬ ਨਾਲ ਚੇਂਜ ਹੁੰਦੀ ਹੋਵੇ ਤੇ ਉਦੋਂ ਅਸੀਂ ਕਹਿੰਦੇ ਜੀ ਲਿਕੁਇਡ ਦੀ ਵਿਸਕਸਨੈਸ ਜਿਹੜੀ ਆ ਉਹ 1 ਪੋਇਜ਼ਲ ਦੇ ਇਕੁਅਲ ਹੋਏਗੀ ਕੀ ਗੱਲ ਸਮਝ ਆਈ Yes, sir. Yes, sir. Yes, sir. ਲੱਗਿਆ ਦੁਬਾਰਾ ਦੱਸ ਦੋ ਦੁਬਾਰਾ ਸੁਣੋ ਜੀ ਅਸੀਂ ਇਹ ਕਿਹਾ ਵਾ ਕਿ ਜਦੋਂ ਮੇਰੇ ਕੋਲ ਐਸਾ ਕਿਸੇ ਪਾਈਪ ਚੋਂ ਲਿਕੁਇਡ ਫਲੋ ਕਰਦਾ ਉਹਦੇ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਨੂੰ ਅਸੀਂ 1 ਪੋਇਜ਼ਲ ਕਵਾਂਗੇ ਪਰ ਉਹਦੇ ਲਈ ਕੀ ਕੰਡੀਸ਼ਨ ਬੋਲੀ ਕਿ ਜੇ ਉਹ ਲਿਕੁਇਡ ਜਿਹੜਾ ਫਲੋ ਕਰਦਾ ਉਹਦੇ ਉੱਤੇ ਲਿਕੁਇਡ ਤੇ ਜਿਹੜੀ ਫੋਰਸ ਲੱਗ ਰਹੀ ਉਹ 1 ਨਿਊਟਨ ਅਪਲਾਈ ਹੁੰਦੀ ਹੋਵੇ ਤੇ ਉਸ ਲਿਕੁਇਡ ਦੀ ਲੇਅਰ ਦਾ ਏਰੀਆ ਆਫ ਕ੍ਰਾਸ ਸੈਕਸ਼ਨ ਜਿਹੜਾ ਉਹ 1 ਮੀਟਰ ਸਕੁਅਰ ਹੋਵੇ ਤੇ ਉਹਦੀ ਲਿਕੁਇਡ ਦੀ ਲੇਅਰ ਜਿਹੜੀਆਂ ਨੇ ਠੀਕ ਹੈ ਇੱਕ ਤੋਂ ਦੂਜੀ ਲੇਅਰ ਦੇ ਵਿੱਚ ਜੇ 1 ਮੀਟਰ ਦਾ ਗੈਪ ਹੋਵੇ ਤੇ ਇੱਕ ਤੋਂ ਦੂਜੀ ਲੇਅਰ ਦੇ ਵਿੱਚ ਵੈਲੋਸਿਟੀ ਦੀ ਚੇਂਜ ਜਿਹੜੀ ਆ ਉਹ 1 meter per second ਹੋਵੇ ਠੀਕ ਹੈ ਯਾਨੀ coefficient of viscosity is said to be 1 poisson if a viscous force of 1 newton will act on a liquid layer of a cross sectional area 1 meter square ठीक है and velocity gradient between the two different layer is maintained to be at 1 meter per second per meter पल्ले भाई जी ਯੈਸ ਸਰ Yes, sir. ਜੇ ਡਾਊਟ ਹੈਗਾ ਤੇ ਹਜੇ ਵੀ ਬੋਲੋ ਕਰਾਂ ਕੰਟੀਨਿਊ ਸਰ ਯੈਸ ਸਰ ਚਲ ਹੁਣ ਜਿਹੜਾ ਇਹ ਐਸਆਈ ਯੂਨਿਟ ਆ ਠੀਕ ਹੈ ਜੀ ਇਹ ਪੋਇਜ਼ਲ ਐਸਆਈ ਯੂਨਿਟ ਹੈ ਇਹਦਾ ਠੀਕ ਹੈ ਤੇ ਜੇ ਇਹਦਾ ਸੀਜੀਐਸ ਯੂਨਿਟ ਲਿਖਣਾ ਹੋਵੇ ਠੀਕ ਹੈ ਤੇ ਇਹਦਾ ਸੀਜੀਐਸ ਯੂਨਿਟ ਜਿਹੜਾ ਉਹਨੂੰ ਪੋਇਜ਼ ਕਹਿੰਦੇ ਹੋ ਬੇਟਾ ਪੋਇਜ਼ਲ ਐਸਆਈ ਯੂਨਿਟ ਆ ਤੇ ਪੋਇਜ਼ ਜਿਹੜਾ ਵਾ ਉਹ ਇਹਦਾ ਸੀਜੀਐਸ ਯੂਨਿਟ ਆ ਉਹਨੂੰ ਇੱਥੋਂ ਹੀ ਚੇਂਜ ਕਰਾ ਦਿਓ ਫੋਰਸ ਨਿਊਟਨ ਦੀ ਥਾਂ ਤੇ ਡਾਈਨ ਚ ਆ ਜੇ ਠੀਕ ਹੈ ਜੀ ਆ ਸੈਂਟੀਮੀਟਰ ਚ ਆ ਜੇ ਏਰੀਆ ਸੈਂਟੀਮੀਟਰ ਸਕੁਅਰ ਚ ਆ ਜੇ ਵੈਲੋਸਿਟੀ ਦੀ ਚੇਂਜ ਮੇਰੇ ਕੋਲ ਸੈਂਟੀਮੀਟਰ ਪਰ ਸੈਕਿੰਡ ਆ ਜੇ ਕਲੀਅਰ ਆ Yes, sir. ਹਾਂਜੀ ਸਰ ਚਲ ਔਰ ਇਹਨਾਂ ਦੋਨਾਂ ਨੂੰ ਆਪਸ ਚ ਲਿੰਕ ਕਰਨਾ ਹੋਵੇ ਤੁਸੀਂ ਕਹਿੰਦੇ ਪੁੱਤ 1 ਪੋਇਜ਼ਲ ਜਿਹੜਾ ਉਹ 10 ਪੋਇਜ਼ ਦੇ ਬਰਾਬਰ ਹੁੰਦਾ ਜੇ ਪੋਇਜ਼ਲ ਤੋਂ ਪੋਇਜ਼ ਦੀ ਕਨਵਰਜਨ ਲੈਣੀ ਆ ਐਸਆਈ ਯੂਨਿਟ ਤੋਂ ਸੀਜੀਐਸ ਠੀਕ ਹੈ ਤੇ 1 ਪੋਇਜ਼ਲ 10 ਪੋਇਜ਼ ਦੇ ਬਰਾਬਰ ਆ ਜਾਓ ਕੀ ਟਰਮ ਸਮਝ ਲੱਗੀ Yes, sir. Yes, sir. ਬੇਸਿਕ ਟੌਪਿਕ ਜਿਹੜਾ ਆਪਣਾ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਵਾਲਾ ਉਹ ਕੰਪਲੀਟ ਆ ਕਿਆ ਇੱਕ ਵਾਰੀ ਨਿਗਾਹ ਮਾਰੋ ਤੁਹਾਨੂੰ ਕਿਆ ਸਾਰਾ ਕਲੀਅਰ ਆ Sir, ਹਾਂਜੀ sir ਜੇ ਡੈਂਸਿਟੀ ਤੇ ਵਿਸਕੋਸਿਟੀ ਚ ਡਿਫਰੈਂਸ ਆ ਜੇ ਕੀ ਲਿਖਾਂਗੇ? ਉਹ ਤਾਂ ਡੈਂਸਿਟੀ ਜਿਹੜਾ ਵਾ ਉਹ ਐਸ ਸੱਚ ਕਿਸੇ ਵੀ ਲਿਕੁਇਡ ਦਾ ਕੱਲਾ ਗਾੜਾਪਨ ਮੇਜਰ ਕਰਦੀ ਆ ਠੀਕ ਹੈ ਜਦ ਕਿ ਜਿਹੜੀ ਤੁਹਾਡੇ ਕੋਲ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਆ ਉਹ ਲਿਕੁਇਡ ਦੀ ਫ੍ਰਿਕਸ਼ਨਲ ਫੋਰਸਿਸ ਦੀ ਸਟਰੈਂਥ ਮੇਜਰ ਕਰਦੀ ਆ ਲਿਕੁਇਡ ਜੇ ਮੇਰੇ ਕੋਲ ਦੇਖਣ ਦੇ ਵਿੱਚ ਠੀਕ ਹੈ ਜੀ ਮੰਨ ਲਓ ਮੇਰੇ ਕੋਲ ਇੱਕ ਟਿਊਬ ਦੇ ਵਿੱਚ ਗਲਿਸਰੀਨ ਫਲੋ ਕਰਦੀ ਪਈ ਆ ਔਰ ਇੱਕ ਟਿਊਬ ਦੇ ਵਿੱਚ ਮੇਰੇ ਕੋਲ ਜਿਹੜਾ ਬਲੱਡ ਫਲੋ ਕਰਦਾ ਪਿਆ ਠੀਕ ਹੈ ਮੈਂ ਤੁਹਾਨੂੰ ਵੈਲਿਊ ਬੋਲਦਾ ਉਹਦੀ ਗਲਿਸਰੀਨ ਦੀ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਦੀ ਵੈਲਿਊ ਉਹ ਕਹਿੰਦਾ ਜੀ 800 ਆ ਠੀਕ ਹੈ ਤੇ ਜਦ ਕਿ ਬਲੱਡ ਦੀ ਜਿਹੜੀ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਆ ਉਹ 2.7 ਆ ਹੁਣ ਦੋਨਾਂ ਦਾ ਜੇ ਮੈਂ ਐਸਐਚ ਇੱਕ ਕੰਟੇਨਰ ਦੇ ਅੰਦਰ ਸੇਮ ਵੋਲੀਅਮ ਚ ਸੇਮ ਮਾਸ ਰੱਖਿਆ ਹੋਵੇ ਤੇ ਇਹਦਾ ਮਤਲਬ ਡੈਂਸਿਟੀ ਵਾਈਜ਼ ਤਾਂ ਦੋਨੋਂ ਸੇਮ ਸੀਗੇ ਮਟੀਰੀਅਲ ਪਰ ਜਦੋਂ ਮੈਂ ਦੋਨਾਂ ਦਾ ਫਲੋ ਸਟੱਡੀ ਕੀਤਾ ਤੇ ਮੈਂ ਨੋਟ ਕੀਤਾ ਕਿ ਗਲਿਸਰੀਨ ਬਹੁਤ ਘੱਟ ਸਪੀਡ ਤੇ ਫਲੋ ਕਰਦੀ ਪਈ ਤੇ ਬਲੱਡ ਉਸ ਤੋਂ ਜ਼ਿਆਦਾ ਫਾਸਟ ਮੂਵ ਕਰਦਾ ਪਿਆ ਇਹਦਾ ਮਤਲਬ ਹੋ ਗਿਆ ਬਲੱਡ ਦੀ ਵਿਸਕਸਨੈਸ ਜਿਹੜੀ ਉਹ ਘੱਟ ਵਾ ਠੀਕ ਹੈ ਇਹਦਾ ਮਤਲਬ ਉਹਦੇ ਅੰਦਰ ਫ੍ਰਿਕਸ਼ਨਲ ਫੋਰਸਿਸ ਦੀ ਸਟਰੈਂਥ ਵੀਕ ਆ ਤੇ ਜਦ ਕਿ ਜਿਹੜਾ ਮੇਰੇ ਕੋਲ ਗਲਿਸਰੀਨ ਆ
है ना, ਉਹਦੀ ਵਿਸਕਸਨੈਸ ਮੀਨ ਉਹਦੀ ਜਿਹੜੀ ਫ੍ਰਿਕਸ਼ਨਲ ਫੋਰਸ ਦੀ ਸਟਰੈਂਥ ਆ ਉਹ ਮੇਰੇ ਕੋਲ ਸਟਰੋਂਗਰ। ਕਲੀਅਰ ਹੈ ਜੀ? ਯੈਸ ਸਰ। ਚਲੋ ਇੱਕ ਟੌਪਿਕ ਬੋਲ ਰਿਹਾ ਜਿਹੜਾ ਤੁਸੀਂ ਨਾਲੋਂ ਨਾਲ ਖੁਦ ਪੜ੍ਹ ਲੈਣਾ ਵਾ, ਡਿਫਰੈਂਸ ਬਿਟਵੀਨ ਸੋਲਿਡ ਫ੍ਰਿਕਸ਼ਨ ਐਂਡ ਲਿਕੁਇਡ ਫ੍ਰਿਕਸ਼ਨ। ਠੀਕ ਹੈ, ਸੋਲਿਡ ਤੇ ਲਿਕੁਇਡ ਫ੍ਰਿਕਸ਼ਨ ਚ ਡਿਫਰੈਂਸ ਕੀ ਹੈਗਾ। ਠੀਕ ਹੈ ਜੀ, ਇਹ ਸਿਰਫ ਰੀਡਿੰਗ ਵਾਲਾ ਟੌਪਿਕ ਆ, ਤੁਸੀਂ ਕਰੋਗੇ। ਆ ਕਲੀਅਰ ਹੈ ਟੌਪਿਕ? Yes, sir. ਚਲ ਹੁਣ ਮੇਨ ਟਾਈਮ ਇਸੇ ਨੂੰ ਲੱਗਣਾ ਸੀ। ਠੀਕ ਹੈ ਜੀ, ਹੁਣ ਅਗਲਾ ਟੌਪਿਕ ਆਪਣਾ ਥੋੜਾ ਸਪੀਡ ਨਾਲ ਹੋ ਜਾਣਾ ਬੇਟਾ। ਨੈਕਸਟ ਟੌਪਿਕ ਆਪਣੇ ਕੋਲ ਜਿਹੜਾ ਬਣਨਾ ਉਹ ਹੈਗਾ ਪੋਇਜ਼ਨ ਫਾਰਮੂਲਾ। ਜਿਹੜਾ ਆ ਪੋਇਜ਼ਨ ਯੂਨਿਟ ਯੂਜ਼ ਕੀਤਾ ਇਹਦੇ ਬੇਸ ਦੇ ਉੱਤੇ ਅਗਲਾ ਟੌਪਿਕ ਆਂਦਾ, ਔਰ ਇਹ ਡਾਇਮੈਂਸ਼ਨਲ ਮੈਥਡ ਚ ਅਸੀਂ ਇਸ ਨੂੰ ਕੀਤਾ ਵੀ ਹੋਇਆ ਬੇਟੇ। ਠੀਕ ਹੈ, ਨੂਮੈਰੀਕਲ ਉੱਤੇ ਸੀਗਾ, ਉਹੀ ਹੁਣ ਇੱਥੇ ਆਰਟੀਕਲ ਟੌਪਿਕ ਹੈਗਾ ਮੇਰੇ ਕੋਲ ਪੋਇਜ਼ਨ ਫਾਰਮੂਲਾ। ਪੋਇਜ਼ਨ ਫਾਰਮੂਲਾ ਬੇਸਿਕਲੀ ਕਿਸ ਚੀਜ਼ ਵਾਸਤੇ ਆਏਗਾ ਬੇਟਾ ਕਿ ਕਿਸੇ ਵੀ ਪਾਈਪ ਦੇ ਅੰਦਰ ਜਦੋਂ ਲਿਕੁਇਡ ਫਲੋ ਕਰਦਾ ਹੈ ਨਾ, ਤਾਂ ਅਸੀਂ ਕਹਿੰਦੇ ਜੀ ਰੇਟ ਆਫ ਫਲੋ ਆਫ ਲਿਕੁਇਡ ਅਕ੍ਰੋਸ ਦਾ ਪਾਈਪ will depend upon certain variable। ਮਤਲਬ ਜੇ ਆ ਕਿਸੇ ਪਾਈਪ ਦੇ ਵਿੱਚ ਦੀ ਕੋਈ ਲਿਕੁਇਡ ਫਲੋ ਕਰਦਾ ਪਿਆ, ਜੇ ਆ ਪਾਈਪ ਚ ਕੋਈ ਲਿਕੁਇਡ ਫਲੋ ਕਰਦਾ ਪਿਆ ਤੇ ਇਸ ਫਲੋ ਦੀ ਐਸਐਚ ਜੇ ਅਸੀਂ ਰੇਟ ਮੇਜਰ ਕਰਨਾ ਵਾ, ਰੇਟ ਆਫ ਫਲੋ ਦਾ ਮਤਲਬ ਹੋਏਗਾ ਹਾਊ ਮਚ ਵੋਲਿਊਮ ਆਫ ਦਾ ਲਿਕੁਇਡ ਵਿਲ ਫਲੋ ਪਰ ਯੂਨਿਟ ਟਾਈਮ। ਠੀਕ ਹੈ, ਕਿੰਨੀ ਲਿਕੁਇਡ ਦੀ ਕੁਆਂਟੀਟੀ ਪਰ ਸੈਕਿੰਡ ਇਸ ਪਾਈਪ ਚੋਂ ਫਲੋ ਕਰਦੀ ਆ, ਉਹ ਕੁਝ ਇੱਕ ਫੈਕਟਰ ਤੇ ਡਿਪੈਂਡੈਂਟ ਆ। ਕਿਹੜੇ ਕਿਹੜੇ ਫੈਕਟਰ ਤੇ ਡਿਪੈਂਡੈਂਟ ਆ? ਉਹਦੇ ਲਈ ਅਸੀਂ ਕਹਿੰਦੇ ਜੀ ਪਾਈਪ ਦੇ ਦੋ ਐਂਡ ਦੇ ਵਿੱਚ ਪ੍ਰੈਸ਼ਰ ਦਾ ਡਿਫਰੈਂਸ ਕਿੰਨਾ, ਪਾਈਪ ਦੇ ਦੋ ਐਂਡ ਦੇ ਵਿੱਚ ਪ੍ਰੈਸ਼ਰ ਦਾ ਡਿਫਰੈਂਸ ਕਿੰਨਾ, ਪਾਈਪ ਚੋਂ ਫਲੋ ਕਰਨ ਵਾਲੇ ਲਿਕੁਇਡ ਦੀ ਨੇਚਰ ਆਫ ਲਿਕੁਇਡ ਕੀ ਆ, ਯਾਨੀ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਕਿੰਨੀ ਆ। ਠੀਕ ਹੈ, ਲੈਂਥ ਆਫ ਦਾ ਪਾਈਪ ਕਿੰਨੀ ਆ, ਪਾਈਪ ਦਾ ਰੇਡੀਅਸ ਮੇਰੇ ਕੋਲ ਕਿੰਨਾ ਵਾ। ਇਹਨਾਂ ਚਾਰ ਫੈਕਟਰ ਨੂੰ ਲੈ ਕੇ ਆਪਾਂ ਡਿਫਾਈਨ ਕਰਨੇ ਕਿ ਰੇਟ ਆਫ ਫਲੋ ਆਫ ਲਿਕੁਇਡ rate of flow of liquid depends upon, ਤੇ rate of flow of liquid ਦਾ ਸਿੰਬਲ V ਆ। ਜਦੋਂ ਡਾਇਮੈਂਸ਼ਨ ਚ ਕਰਾਇਆ ਸੀ ਉਦੋਂ ਵੀ ਕਿਹਾ ਸੀ, ਹੁਣ ਵੀ ਕਹਿਣਾ। ਇੱਕ ਚੀਜ਼ ਦਿਮਾਗ ਚ ਰੱਖਿਓ, ਨਾਰਮਲੀ ਇਹਦੀ ਡਾਇਮੈਂਸ਼ਨ ਭਰਨ ਲੱਗੇ ਸਾਰੇ ਜਾਣੇ ਵੋਲੀਅਮ ਭਰ ਜਾਂਦੇ ਆ, ਤੇ ਰੇਟ ਲੱਗਿਆ ਹੋਣ ਕਰਕੇ ਇਹ ਵੋਲੀਅਮ ਪਰ ਸੈਕਿੰਡ ਆ ਕਿ ਹਾਊ ਮਚ ਲਿਕੁਇਡ ਵਿਲ ਫਲੋ ਪਰ ਯੂਨਿਟ ਟਾਈਮ, ਉਹਨੂੰ ਅਸੀਂ ਰੇਟ ਆਫ ਫਲੋ ਆਫ ਲਿਕੁਇਡ ਕਹਿ ਰਹੇ ਬੇਟਾ। ਸੋ ਆਪਣੇ ਕੋਲ ਆ ਜਾਏਗਾ ਕਿਹੜੇ ਕਿਹੜੇ ਫੈਕਟਰ ਤੇ ਡਿਪੈਂਡੈਂਟ ਆ। ਨੰਬਰ 1 ਅਸੀਂ ਕਹਿੰਦੇ ਜੀ ਪ੍ਰੈਸ਼ਰ ਡਿਫਰੈਂਸ, ਪ੍ਰੈਸ਼ਰ ਡਿਫਰੈਂਸ ਅਕ੍ਰੋਸ ਟੂ ਐਂਡ ਆਫ ਦਾ ਪਾਈਪ। ਸੈਕਿੰਡ ਅਸੀਂ ਕਹਿੰਦੇ ਜੀ ਆਪਣੇ ਕੋਲ ਆ ਜਾਏਗਾ ਲੈਂਥ ਆਫ ਦਾ ਪਾਈਪ। ਥਰਡ ਆਪਣੇ ਕੋਲ ਆ ਜਾਏਗਾ ਕਹਿੰਦਾ ਐਸਐਚ ਰੇਡੀਅਸ ਆਫ ਦਾ ਟਿਊਬ ਜਾਂ ਰੇਡੀਅਸ ਆਫ ਪਾਈਪ। ਤੇ ਚੌਥਾ ਤੇ ਲਾਸਟ ਆ ਜਾਏਗਾ ਕੋਐਫੀਸ਼ੀਐਂਟ ਆਫ ਵਿਸਕੋਸਿਟੀ। ਠੀਕ ਹੈ ਪੁੱਤ, ਤੇ ਪੋਇਜ਼ਨ ਫਾਰਮੂਲਾ ਤੁਹਾਨੂੰ ਯਾਦ ਹੋਵੇ ਤੇ ਤੁਸੀਂ ਇਹ ਫੈਕਟਰ ਲਿਖ ਪਾਓਗੇ, ਇਸ ਲਈ ਦਾ ਫਾਰਮੂਲਾ ਯਾਦ ਵੀ ਰੱਖਿਓ। ਸੋ ਇਹ ਚਾਰ ਦੇ ਅਕੋਰਡਿੰਗਲੀ ਜੇ ਡਿਫਾਈਨ ਕਰੇ ਤਾਂ ਆਪਾਂ ਕਹਿ ਰਹੇ that is rate of flow of liquid directly rate of flow of liquid proportional to, directly inversely कुछ नहीं कह रहा। ठीक है, proportional to pressure difference across the two end of the pipe। ठीक है, जिन्ना ਪ੍ਰੈਸ਼ਰ ਜ਼ਿਆਦਾ ਹੋਏਗਾ, ਆਪਾਂ ਘਰਾਂ 'ਚ ਕਹਿੰਦੇ ਪਾਈਪ 'ਚੋਂ ਪਾਣੀ ਨਿਕਲਦਾ ਨਹੀਂ ਪਿਆ ਜੀ, ਪਾਣੀ ਨਹੀਂ ਆਂਦਾ ਪਿਆ, ਉਹ ਕਹਿੰਦਾ ਪ੍ਰੈਸ਼ਰ ਹੈ ਨਹੀਂ। ਤੇ ਬੇਸਿਕਲੀ ਉਹਦਾ ਮਤਲਬ ਇਹ ਆ ਪਾਈਪ ਦੇ ਦੋ ਐਂਡ ਦੇ ਕ੍ਰਾਸ ਬਾਹਰੋਂ ਪਾਣੀ ਜੇ ਆਣਾ ਤੁਹਾਡੀ ਪਾਈਪਾਂ ਦੇ ਥਰੂ ਘਰ ਨੂੰ, ਤੇ ਇਸ ਮਰ ਬਾਹਰਲੇ ਪਾਸੇ ਪਾਣੀ ਦਾ ਪ੍ਰੈਸ਼ਰ ਜ਼ਿਆਦਾ ਹੋਏਗਾ, ਤੁਹਾਡੇ ਅੰਦਰਲੇ ਪਾਸੇ ਘੱਟ ਹੋਏਗਾ, ਤਾਂ ਉਸ ਪ੍ਰੈਸ਼ਰ ਡਿਫਰੈਂਸ ਦੇ ਕਰਕੇ ਲਿਕੁਇਡ ਅੰਦਰ ਨੂੰ ਫਲੋ ਕਰੂ। Yes, sir. ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਰੇਟ ਆਫ ਫਲੋ ਆਫ ਲਿਕੁਇਡ ਆ, ਇੱਕ ਉਹ ਪ੍ਰੈਸ਼ਰ ਡਿਫਰੈਂਸ ਤੇ ਡਿਪੈਂਡੈਂਟ ਆ, ਇੱਕ ਟਿਊਬ ਦੇ ਰੇਡੀਅਸ ਤੇ ਡਿਪੈਂਡੈਂਟ ਆ, ਇੱਕ ਮੇਰੇ ਕੋਲ ਕਹਿੰਦਾ ਜੀ ਲੈਂਥ ਆਫ ਪਾਈਪ ਤੇ ਡਿਪੈਂਡੈਂਟ ਆ, ਤੇ ਇੱਕ ਮੇਰੇ ਕੋਲ ਨੇਚਰ ਆਫ ਲਿਕੁਇਡ ਤੇ ਡਿਪੈਂਡੈਂਟ ਆ। ਹੁਣ ਇਹਨਾਂ ਵਿੱਚੋਂ ਕਿਹਨਾਂ ਡਾਇਰੈਕਟ ਆ ਕਿਹਦੇ ਨਾਲ ਇਨਵਰਸ ਆ, ਉਹਦੇ ਵਾਸਤੇ ਇਹਦਾ ਡਾਇਮੈਂਸ਼ਨਲ ਮੈਥਡ ਨਾਲ ਫਾਰਮੂਲਾ ਡਰਾਈਵ ਕਰਾਂਗੇ। ਠੀਕ ਹੈ, ਉਹਦੇ ਲਈ ਆਪਾਂ ਜੇ ਡਾਇਮੈਂਸ਼ਨਲ ਮੈਥਡ 'ਚ ਚੱਲਣਾ ਤੇ ਇੱਕ ਚੀਜ਼ ਦਿਮਾਗ 'ਚ ਲੈ ਕੇ ਆਵੋ, ਡਾਇਮੈਂਸ਼ਨਲ ਮੈਥਡ ਜਿਹੜਾ ਸੀਗਾ ਉਹ ਐਸਐਚ ਉਹਦੀ ਇੱਕ ਲਿਮਿਟੇਸ਼ਨ ਪੜੀ ਸੀਗੀ ਕਿ ਵੀ 3 ਕੁਆਂਟੀਟੀ ਤੋਂ ਜ਼ਿਆਦਾ ਤੇ ਡਿਪੈਂਡੈਂਸ ਨਹੀਂ ਆਉਂਦੀ।
M L ਤੇ T ਮਾਸ ਲੈਂਥ ਤੇ ਟਾਈਮ ਤਿੰਨ ਟਰਮ ਆਪਣੇ ਕੋਲ ਬਣਨੀਆਂ ਤੇ ਇੱਥੇ ਡਿਪੈਂਡੈਂਸ ਜਿਹੜੀ ਚਾਰ ਟਰਮ ਤੇ ਆ ਤੇ ਉੱਥੇ ਅਸੀਂ ਇੱਕ ਕਨਸੈਪਟ ਇਹ ਲਗਾਇਆ ਸੀ ਜੇ ਮੋਰ ਦੈਨ 3 ਕੁਆਂਟੀਟੀ ਤੇ ਡਿਪੈਂਡੈਂਸ ਆਂਦੀ ਹੋਵੇ ਚੈੱਕ ਕਰੋ ਉਹਨਾਂ ਵਿੱਚੋਂ ਕੋਈ ਦੋ ਟਰਮ ਦੀ ਡਾਈਮੈਂਸ਼ਨ ਸੇਮ ਤਾਂ ਨਹੀਂ ਇੱਥੇ ਰੇਡੀਅਸ ਆਫ ਦਾ ਟਿਊਬ ਤੇ ਲੈਂਥ ਆਫ ਦਾ ਪਾਈਪ ਦੋਨੋਂ ਦੀ ਡਾਈਮੈਂਸ਼ਨ ਸੇਮ ਆ ਇਹਨਾਂ ਦੋਨਾਂ ਵਿੱਚੋਂ ਕੋਈ ਇੱਕ ਟਰਮ ਠੀਕ ਹੈ ਜੀ ਬਾਕੀ ਦੀਆਂ ਦੋ ਪੈਂਡਿੰਗ ਟਰਮ ਦੇ ਵਿੱਚੋਂ ਕਿਸੇ ਇੱਕ ਟਰਮ ਦੇ ਨਾਲ ਜੁੜ ਸਕਦੀ ਹੈ ਠੀਕ ਹੈ ਇਹ ਫਿਜ਼ੀਕਲ ਮੀਨਿੰਗ ਵਾਈਜ਼ ਕੀ ਵੀ ਉਹਦਾ ਮੀਨ ਨਿਕਲਦਾ ਹੋਵੇ ਉਹ ਟਰਮ ਬਣਾਵਾਂਗੇ ਅਸੀਂ ਜੇ ਪਾਈਪ ਦੇ ਦੋ ਐਂਡ ਦੇ ਵਿੱਚ ਮੰਨਾ 100 ਪਾਸਕਲ ਦਾ ਪ੍ਰੈਸ਼ਰ ਡਿਫਰੈਂਸ ਆ ਠੀਕ ਹੈ ਤੇ ਪਾਈਪ ਦੀ ਲੈਂਥ ਮੇਰੀ 10 ਮੀਟਰ ਗਿਵਨ ਆ ਤੇ ਮੈਂ ਇਹ ਕੱਢਣਾ ਹੋਵੇ ਪਾਈਪ ਦੇ 1 ਮੀਟਰ ਲੈਂਥ ਦੇ ਵਿੱਚ ਜਾਂ 1 ਸੈਂਟੀਮੀਟਰ ਲੈਂਥ ਦੇ ਵਿੱਚ ਮੇਰੇ ਕੋਲ ਪ੍ਰੈਸ਼ਰ ਦਾ ਡਿਫਰੈਂਸ ਕਿੰਨਾ ਤੇ ਉਹਨੂੰ ਮੈਂ ਪ੍ਰੈਸ਼ਰ ਗ੍ਰੇਡੀਐਂਟ ਕਹਿ ਸਕਦਾ Yes, sir. ਇਸ ਨਾਲ ਜੇ ਪਾਈਪ ਦੇ ਦੋ ਐਂਡ ਦੇ ਵਿੱਚ ਮੈਨੂੰ ਟੋਟਲ ਪ੍ਰੈਸ਼ਰ ਦਾ ਡਿਫਰੈਂਸ ਮਿਲ ਜੇ ਉਹਨੂੰ ਪਾਈਪ ਦੀ ਲੈਂਥ ਨਾਲ ਡਿਵਾਈਡ ਕਰ ਲਵਾਂ ਤੇ ਮੇਰੇ ਕੋਲ ਐਸ ਸੱਚ ਯੂਨਿਟ ਲੈਂਥ ਦਾ ਪ੍ਰੈਸ਼ਰ ਡਿਫਰੈਂਸ ਆ ਜਾਂਦਾ ਤੇ ਯੂਨਿਟ ਲੈਂਥ ਦੇ ਪ੍ਰੈਸ਼ਰ ਡਿਫਰੈਂਸ ਨੂੰ ਅਸੀਂ ਪ੍ਰੈਸ਼ਰ ਗ੍ਰੇਡੀਐਂਟ ਕਹਿ ਦਾਂਗੇ ਇਹਦਾ ਮਤਲਬ ਇਹ ਹੋਇਆ ਕਿ ਆ ਲੈਂਥ ਤੇ ਪ੍ਰੈਸ਼ਰ ਡਿਫਰੈਂਸ ਵਾਲੀ ਟਰਮ ਜੇ ਮੈਂ ਕੰਬਾਈਨ ਕਰ ਲਵਾਂ ਤੇ ਆਪਾਂ ਇਹਨੂੰ ਇਦਾਂ ਲਿਖ ਦਾਂਗੇ ਕਿ ਰੇਟ ਆਫ ਫਲੋ ਆਫ ਲਿਕੁਇਡ ਪ੍ਰੋਪੋਰਸ਼ਨਲ ਟੂ ਪ੍ਰੈਸ਼ਰ ਗ੍ਰੇਡੀਐਂਟ P by L ਆ ਗਿਆ ਟੋਟਲ ਪ੍ਰੈਸ਼ਰ ਡਿਵਾਈਡਡ ਬਾਈ ਟੋਟਲ ਲੈਂਥ ਠੀਕ ਹੈ ਇਹਦੀ ਪਾਵਰ ਆਪਣੇ ਕੋਲੋਂ A ਕਰ ਲਓ ਠੀਕ ਹੈ ਜੀ ਸੈਕਿੰਡ ਰੇਡੀਅਸ ਆਫ ਦਾ ਟਿਊਬ ਪਾਵਰ B ਆ ਜੂ ਤੇ ਈਟਾ ਪਾਵਰ C ਕਿਆ ਕਲੀਅਰ ਹੈ ਜੀ ਜੋ ਕੀਤਾ Yes, sir. ਉਹ ਇਹ ਸਾਰਿਆਂ ਨੂੰ ਸਮਝ ਲੱਗਿਆ Yes, sir. Yes, Yes, sir. sir. Yes, sir. ਹੁਣ ਇਹਨੂੰ ਜੇ ਆਪਾਂ ਡਰਾਈਵ ਕਰਨਾ ਫਾਰਮੂਲੇ ਨੂੰ ਤੇ ਆਪਣੇ ਕੋਲ ਆ ਜਾਏਗਾ देयरफॉर V = K ਟਾਈਮਸ ਦਾ ਹੁਣ ਡਾਈਮੈਂਸ਼ਨਲ ਮੈਥਡ ਲੱਗ ਜਾਣਾ ਠੀਕ ਹੈ P by L ਪਾਵਰ A ਠੀਕ ਹੈ ਜੀ R ਪਾਵਰ B ਈਟਾ ਪਾਵਰ C ਤੇ ਜੇ ਇਹਨੂੰ ਡਰਾਈਵ ਕਰਦੇ ਚੱਲੀਏ ਤੇ ਸਾਰੀਆਂ ਟਰਮਸ ਦੇ ਡਾਈਮੈਂਸ਼ਨਲ ਫਾਰਮੂਲੇ ਭਰਦੇ ਚੱਲੋ ਆ ਟਰਮ ਮੇਰੀ ਵੋਲਿਊਮ ਪਰ ਸੈਕਿੰਡ ਆ ਫਲੋ ਆਫ ਲਿਕੁਇਡ ਨੂੰ ਕਹਿੰਦੇ ਪਏ ਰੇਟ ਆਫ ਫਲੋ ਆਫ ਲਿਕੁਇਡ ਇਹਦੀ ਡਾਈਮੈਂਸ਼ਨ L ਕਿਊਬ T - 1 ਇਹ ਮੇਰੇ ਕੋਲ ਡਾਈਮੈਂਸ਼ਨਲੈਸ ਕਾਂਸਟੈਂਟ ਆ ਇਹਦੀ ਕੋਈ ਡਾਈਮੈਂਸ਼ਨ ਨਹੀਂ ਤੇ P by L ਪ੍ਰੈਸ਼ਰ ਬਾਈ ਲੈਂਥ ਹੈ ਨਾ ਪ੍ਰੈਸ਼ਰ ਦਾ ਡਾਈਮੈਂਸ਼ਨ ਫਾਰਮੂਲਾ ml - 1 T - 2 ਮੈਨੂੰ ਯਾਦ ਆ ਮੈਂ ਤਾਂ ਸਿੱਧਾ ਲਿਖਦਾ ਪਿਆ ਠੀਕ ਹੈ ਜੀ ਓਵਰ ਲੈਂਥ ਆ ਜਾਏਗਾ ਤੇ ਇਹਦਾ ਡਾਈਮੈਂਸ਼ਨਲ ਫਾਰਮੂਲਾ ਪ੍ਰੈਸ਼ਰ ਗ੍ਰੇਡੀਐਂਟ ਦਾ ਬਣ ਗਿਆ ml - 2 T - 2 ਕਲੀਅਰ ਹੈ ਜੀ Yes, sir. Yes, sir. ਇਹਦੀ Yes, sir. ਇਹ ਆ ਗਈ r ਮੇਰੇ ਕੋਲ ਜਿਹੜਾ ਵਾ ਰੇਡੀਅਸ ਆ ਲੈਂਥ ਆ ਗਈ ਉਹਦੀ ਪਾਵਰ b ਤੇ ਈਟਾ ਵਾਸਤੇ ਹੁਣੀ ਫਾਰਮੂਲਾ ਆਪਾਂ ਕਰਕੇ ਹਟੇ ਆ ਈਟਾ ਦੀ ਗੱਲ ਆਪਾਂ ਹੁਣੀ ਕਰਕੇ ਹਟੇ ਕਿ ਵੀ ਈਟਾ ਮੇਰੇ ਕੋਲ ਕੀ ਸੀਗਾ f * l / a * v ਠੀਕ ਹੈ ਈਟਾ ਦਾ ਫਾਰਮੂਲਾ ਯਾਦ ਹੋਵੇ ਜਾਂ ਇਹਦਾ ਮੈਂ ਸ਼ੁਰੂ ਤੋਂ ਇੱਕ ਡਾਈਮੈਂਸ਼ਨਲ ਫਾਰਮੂਲੇ ਤੁਹਾਨੂੰ ਯਾਦ ਕਰਾਇਆ ਹੋਇਆ ਤੇ ਬੇਸ਼ੱਕ ਇਹਦਾ ਸਿੱਧਾ ਡਾਈਮੈਂਸ਼ਨਲ ਫਾਰਮੂਲਾ ਇੱਥੇ ਪੁੱਟ ਅਪ ਕਰ ਲਓ ml - 1 T - 1 और ਇਹਦੀ ਪਾਵਰ ਮੇਰੇ ਕੋਲ ਸੀ ਕਿਆ ਤਿੰਨੇ ਦੇ ਤਿੰਨੇ ਵੇਰੀਏਬਲ ਕਲੀਅਰ ਜੀ Yes, sir. ਸੌਰੀ ਸਰ ਹਾਂਜੀ ਸਰ ਇੱਕ ਵਾਰ ਫੇਰ ਦੱਸਿਓ ਡੈਰੀਵੇਸ਼ਨ ਜੀ ਕਿਹੜੀ ਡੈਰੀਵੇਸ਼ਨ ਜੀ ਸਰ ਆਹੀ ਜਿਹੜੀ ਹੁਣੇ ਕਰਾਈ ਤੁਸੀਂ ਕਿੱਥੋਂ ਆ ਸਰ ਜਿਹੜਾ V = K ਵਾਲੀ ਅਸੀਂ ਇਹ ਦੱਸਿਆ ਕਿ ਵੀ ਰੇਟ ਆਫ ਫਲੋ ਆਫ ਲਿਕੁਇਡ ਕਿਹੜੇ ਕਿਹੜੇ ਵੇਰੀਏਬਲ ਤੇ ਡਿਪੈਂਡੈਂਟ ਆ ਇੱਕ ਪ੍ਰੈਸ਼ਰ ਗ੍ਰੇਡੀਐਂਟ ਆ ਗਿਆ ਇੱਕ ਟਿਊਬ ਦਾ ਰੇਡੀਅਸ ਆ ਗਿਆ ਇੱਕ ਉੱਚ ਫਲੋ ਕਰਨ ਵਾਲੇ ਨੇਚਰ ਆਫ ਲਿਕੁਇਡ ਦੀ ਆ ਗਈ ਜਿਹਨੂੰ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਕਹਿੰਦੇ ਪਏ ਤੇ ਜੇ ਪ੍ਰੋਪੋਰਸ਼ਨੈਲਿਟੀ ਕਾਂਸਟੈਂਟ ਹਟਾਣਾ ਹੋਵੇ ਇਕੁਐਲਿਟੀ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਹਟਾਣਾ ਇਕੁਐਲਿਟੀ ਲਗਾਣਾ ਤੇ ਕਾਂਸਟੈਂਟ ਅਸੀਂ ਡਾਈਮੈਂਸ਼ਨਲੈਸ ਕਾਂਸਟੈਂਟ ਲਗਾਵਾਂਗੇ ਜਿਹਦੀ ਕੋਈ ਡਾਈਮੈਂਸ਼ਨ ਨਹੀਂ ਤੇ ਬਾਕੀ ਜਿੰਨੀਆਂ ਟਰਮਸ ਆਈਆਂ ਤੇਰੀਆਂ ਉਹਨਾਂ ਸਾਰਿਆਂ ਦੀਆਂ ਅਸੀਂ ਡਾਈਮੈਂਸ਼ਨਸ ਜਿਹੜੀਆਂ ਉਹ ਪੁੱਟ ਅਪ ਕਰਨੀਆਂ ਇਹ ਫਸਟ ਚੈਪਟਰ ਦੇ ਵਿੱਚ ਡਾਈਮੈਂਸ਼ਨ ਆਪਾਂ ਕੀਤੀਆਂ ਹੋਈਆਂ ਠੀਕ ਹੈ ਉਹ ਚ ਇੱਥੇ ਪ੍ਰੈਸ਼ਰ ਦੀ ਤੇ ਲੈਂਥ ਦੀ ਡਾਈਮੈਂਸ਼ਨ ਪੁੱਟ ਅਪ ਕਰਕੇ ਫਿਰ ਆਪਾਂ ਡਾਈਮੈਂਸ਼ਨ ਫਾਰਮੂਲਾ ਬਣਾਇਆ ਜਿਹਦਾ ਪ੍ਰੈਸ਼ਰ ਬਾਈ ਲੈਂਥ ਆ ਠੀਕ ਹੈ ਜੀ ਪ੍ਰੈਸ਼ਰ ਨੂੰ ਅਸੀਂ ਫੋਰਸ ਬਾਈ ਏਰੀਆ ਪੜ ਲਈਏ ਇਨਟੂ ਲੈਂਥ ਤੇ ਫੋਰਸ ਦਾ ਡਾਈਮੈਂਸ਼ਨਲ ਫਾਰਮੂਲਾ ml T - 2 ਹੁੰਦਾ ਏਰੀਆ ਮੀਟਰ ਸਕੁਅਰ ਆ ਮੀਟਰ ਸਕੁਅਰ ਮੀਨ l ਸਕੁਅਰ ਆ ਜੋ ਲੈਂਥ ਸਕੁਅਰ ਤੇ l ਲੈਂਥ ਆ ਸੋਲਵ ਕਰ ਲਵਾਂ ਤੇ ਮੇਰਾ ਆ ਫਾਰਮੂਲਾ ਆ ਗਿਆ ਰੇਡੀਅਸ ਮੇਰੇ ਕੋਲ ਲੈਂਥ ਦੀ ਫਾਰਮ 'ਚ ਆ ਗਈ ਤੇ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਜਿਹੜੀ ਆ ਉਹਦਾ ਫਾਰਮੂਲਾ ਉਹਨੇ ਦੱਸ ਕੇ ਹਟਿਆ ਉਹ F * L / A * V ਫੋਰਸ ਦਾ ਡਾਈਮੈਂਸ਼ਨ ਫਾਰਮੂਲਾ ਆਹੀ ਵਾਲਾ
ਲੈਂਥ L ਨਾ ਏਰੀਆ L ਸਕੁਅਰ ਨਾ ਵੈਲੋਸਿਟੀ ਮੀਟਰ ਪਰ ਸੈਕਿੰਡ ਯਾਨੀ LT ਮਾਈਨਸ 1 ਆ ਸਾਰੀਆਂ ਡਾਇਮੈਂਸ਼ਨ ਪੁੱਟ ਅਪ ਕਰਾਂ ਤੇ ਆ ਮੇਰੇ ਕੋਲ ਇੱਥੇ ਵੈਲਿਊਜ਼ ਆ ਜੂ ਕਲੀਅਰ ਹੈ ਬੱਚੇ ਹਾਂਜੀ ਸਰ ਚਲ ਹੁਣ ਜਦੋਂ ਇਹਨੂੰ ਆਪਾਂ ਕੰਪਲੀਟ ਕਰਨਾ ਇਹਦੇ ਤੁਸੀਂ ਸਾਰਿਆਂ ਦੇ ਦੋਨੋਂ ਸਾਈਡਸ ਤੇ ਡਾਇਮੈਂਸ਼ਨ ਇਕੁਏਟ ਕਰਨੀਆਂ ਇਧਰ ਜੇ ਮਾਸ ਦੀ ਫਾਰਮ ਚ ਪਾਵਰ ਕੋਈ ਨਹੀਂ ਹੈਗੀ ਤੇ ਮਾਸ ਦੀ ਫਾਰਮ ਚ ਜ਼ੀਰੋ ਪਾਵਰ ਆ ਇਧਰੋਂ ਮਾਸ ਦੀ ਪਾਵਰ ਤੇ ਇਧਰੋਂ ਮਾਸ ਦੀਆਂ ਪਾਵਰ ਇਕੁਏਟ ਕਰ ਦਿਓ यानी 0 इक्वल टू इधरों मास की पावर a आ जाएगी अंदर मास की पावर 1 आ बाहर मेरे को आ गई a 1 into a बन गई इधर m की पावर कोई नहीं इथों m की पावर c आ गई ठीक है यानी a plus c ये मास दियां पावरां इक्वेट हो जू लेंथ की पावर लवां ते इधरों लेंथ की पावर लवां -2a plus b ते -c इन्नी आ जाऊगी t की पावर लवा -1 इक्वल टू -2a -c क्लियर है Yes, sir. Yes, sir. ਯੈਸ सॉल्व कर लो a की वैल्यू -c मैं इदां ही डिजाइन बना के लिख रहा तुसी पुट करना इक्वेशन 1 इक्वेशन 2 इक्वेशन 3 पुट वैल्यू ऑफ a इक्वल टू -c फ्रॉम 1 into 3 तुसी लिख देना इदां ठीक है जी इथे आ गया -1 इक्वल टू -2 into a ਦੀ ਥਾਂ ਦੇ ਉੱਤੇ -c ਭਰ ਦਿਓ -c -1 equal to +2c - c ਤੇ 2c - c ਮੇਰੇ ਕੋਲ c ਆ ਗਿਆ c equal to -1 ਤੇ c ਦੀ ਵੈਲਿਊ ਵਾਪਸ ਇੱਥੇ ਭਰ ਲਵਾਂ ਤੇ ਮੇਰੇ ਕੋਲ a ਦੀ ਵੈਲਿਊ ਜਿਹੜੀ ਆ ਉਹ +1 ਆ ਜੂ Yes, sir. a और c दोनों वैल्यूज ਇੱਥੇ ਵਾਪਸ ਭਰ ਲਓ ਤੇ ਇੱਥੇ 3 equal to ਠੀਕ ਹੈ ਜੀ ਆ ਦੋਨੋਂ ਦੀਆਂ ਦੋਨੋਂ ਵੈਲਿਊਜ਼ ਜਿਹੜੀਆਂ ਨੇ ਇੱਥੇ ਪੁੱਟ ਅਪ ਕਰ ਰਿਆਂ 3 equal to -2 into 1 plus b minus minus plus 1 यानी 3 1 इधर आके मेरे को माइनस हो गया 2 आ गया और आ 2 इधर जाके प्लस हो गया अल्टीमेट मेरे को इतनी वैल्यू 4 बन गई तो b इक्वल टू 4 क्लियर है Yes, sir. Yes. ਤਿੰਨੇ ਦੀਆਂ ਤਿੰਨੇ ਵੈਲਿਊਜ਼ ਜਿਹੜੀਆਂ ਨੇ a b c ਤਿੰਨੇ ਵੈਲਿਊਜ਼ ਜਿਹੜੀਆਂ ਨੇ ਉਹ ਵਾਪਸ ਆਪਣੀ ओरिजिनल ਇਕੁਏਸ਼ਨ ਚ ਇਸੇ ਥਾਂ ਤੇ ਵਾਪਸ ਭਰ ਦਾਂਗੇ ਆ ਇਕੁਏਸ਼ਨ ਚ ਤੇ ਆਪਣੇ ਕੋਲ ਆ ਜਾਏਗਾ v ਇਕੁਅਲ ਟੂ k ਟਾਈਮਸ p by l ਪਾਵਰ a ठीक है जी r पावर b ਸੀਗਾ ਤੇ b ਦੀ ਵੈਲਿਊ ਮੇਰੇ ਕੋਲ ਆ ਗਈ 4 ਔਰ ਥਰਡ ਮੇਰੇ ਕੋਲ ਸੀਗਾ eta ਪਾਵਰ c ਤੇ c ਦੀ ਵੈਲਿਊ -1 ਇਹਨੂੰ ਰੀਅਰੇਂਜ ਕਰ ਲਓ ਮਾਈਨਸ ਵਾਲੀ ਪਾਵਰ ਨੀਚੇ ਲੈ ਚਲੀਏ ਆਪਣੀ ਟਰਮ ਬਣ ਗਈ k into p r raised to power 4 ਓਵਰ ਆ ਗਿਆ ਮੇਰੇ ਕੋਲ ਜਿਹੜਾ eta into l ਕਲੀਅਰ ਆ Yes, sir. Yes, sir. ਠੀਕ ਹੈ ਜੀ ਤੇ ਇਹਦੇ ਅੰਦਰ ਜਿਹੜਾ k ਆ ਇਹ ਉਦੋਂ ਵੀ ਸ਼ੁਰੂ ਚ ਦੱਸਿਆ ਹੈ ਕਿ ਇਹ ਡਾਈਮੈਂਸ਼ਨਲੈਸ ਕਨਸਟੈਂਟ ਆ ਇਹਦੀ ਵੈਲਿਊ ਤੁਸੀਂ ਐਸ ਸੱਚ ਡਾਈਮੈਂਸ਼ਨਲ ਮੈਥਡ ਨਾਲ ਨਹੀਂ ਫਾਈਂਡ ਕਰ ਸਕਦੇ ਇਹਦੀ ਵੈਲਿਊ ਲਈ ਅਸੀਂ ਫਿਰ ਇੱਕ ਲਾਈਨ ਲਿਖ ਦਿੰਨੇ ਕਿ ਵੈਲਿਊ ਆਫ k ਇਜ਼ ਡਿਟਰਮਿਨ ਐਕਸਪੈਰੀਮੈਂਟਲੀ ਔਰ ਐਕਸਪੈਰੀਮੈਂਟਲੀ ਜਿਹੜੀ k ਦੀ ਵੈਲਿਊ ਅਸੀਂ ਕੈਲਕੂਲੇਟ ਕੀਤੀ ਹੋਈ ਆ ਠੀਕ ਹੈ ਜੀ ਉਹ ਹੁੰਦੀ π/8 ਇਹ ਡਾਈਮੈਂਸ਼ਨਲ ਕਨਸਟੈਂਟ ਦੀ ਵੈਲਿਊ ਹਰ ਥਾਂ ਤੇ ਵੇਰੀ ਕਰਨੀ ਆ पॉइजन फार्मूले दे अंदर डायमेंशनल कांस्टेंट दी वैल्यू मेरे को π/8 आ ते अपना पूरा पॉइजन फार्मूला जेड़ा वा वो आ बन जाना कि रेट ऑफ फ्लो ऑफ लिक्विड किसे पाइप च जेड़ा लिक्विड फ्लो करदा ओदी रेट मीन ओदी अमाउंट ऑफ लिक्विड पर सेकंड जेड़ा पाइप चों निकलना वो प्रेशर डिफरेंस दे डायरेक्ट प्रोपोर्शनल आ जिन्ना पाइप दे दो एंड दे विच प्रेशर दा डिफरेंस ज्यादा हो उन्ना ही लिक्विड दा फ्लो ज्यादा होएगा दूजा रेडियस ऑफ ट्यूब दे उत्ते एक ट्यूब दा आ रेडियस आ ते दूजी ट्यूब एडी मोटी आ ते ट्यूब दा जिन्ना रेडियस ज्यादा होएगा उन्नी क्वांटिटी ऑफ लिक्विड ज्यादा फ्लो करू Yes, sir. Yes, sir. लिक्विड दे इनवर्सली आ जिन्ना लिक्विड लेस विस्कस होएगा उन्ना उन्हें फास्ट मूव करना इसलिए रेट ऑफ फ्लो ऑफ लिक्विड विस्कोसिटी दे रेसिप्रोकल ते लास्ट लेंथ ऑफ द ट्यूब एक लिक्विड आ मेरे कोल जेड़ा इस पाइप चों निकल रहा ये 10 सेंटीमीटर लॉन्ग ट्यूब चों निकलिया ਤੇ ਇੱਕ 10 ਮੀਟਰ ਲੌਂਗ ਟਿਊਬ ਚੋਂ ਨਿਕਲਣਾ ਤੇ 10 ਮੀਟਰ ਲੌਂਗ ਟਿਊਬ ਦੇ ਵਿੱਚੋਂ ਲੈਂਥ ਜ਼ਿਆਦਾ ਕਵਰ ਕਰਨੀ ਉਹਨੇ ਇਸ ਲਈ ਉੱਥੇ ਰੇਟ ਆਫ ਫਲੋ ਆਫ ਲਿਕੁਇਡ ਸਲੋ ਹੋ Yes, sir. ਮਤਲਬ ਜੇ ਲੰਬੀ ਪਾਈਪ ਚੋਂ ਨਿਕਲਣਾ ਬਾਹਰ ਤੇ ਟਾਈਮ ਹੀ ਲੱਗੇਗਾ ਲਿਕੁਇਡ Yes, sir. ਉਨੇ ਟਾਈਮ ਦੇ ਵਿੱਚ ਯੈਸ ਸਰ ਤੋਂ ਜ਼ਿਆਦਾ ਲਿਕੁਇਡ ਨਿਕਲ ਜਾਣਾ ਤੇ ਵੱਡੀ ਪਾਈਪ ਦੇ ਚੋਂ ਕਹਿੰਦਾ ਜੀ ਉਨੇ ਟਾਈਮ ਚ ਘੱਟ ਨਿਕਲ ਲਿਕੁਇਡ ਨਿਕਲਣਾ इसलिए रेट ऑफ फ्लो ऑफ लिक्विड लेंथ ऑफ पाइप दे रेसिप्रोकल नेचर ऑफ लिक्विड दे रेसिप्रोकल प्रेशर डिफरेंस दे ते रेडियस दे कहना जी डायरेक्टली प्रोपोर्शनल आ फार्मूला मेरा जेड़ा आएगा इनु सी नाम दने ए पॉइजन फार्मूला वा
ਤੇ ਜੇ ਪੇਪਰ 'ਚ ਉਹਨਾਂ ਨੇ ਸਿੱਧਾ ਪਾਣਾ ਹੋਵੇ ਸਟੇਟ ਐਂਡ ਡਿਰਾਈਵ ਪੋਇਸਲ ਫਾਰਮੂਲਾ, ਠੀਕ ਹੈ, ਤੇ ਤੁਸੀਂ ਐਸ ਐਚ ਆ ਫਾਰਮੂਲਾ ਯਾਦ ਹੋਵੇ, ਇਹਦੇ ਤੋਂ ਹੀ ਸਟੇਟਮੈਂਟ ਬਣਾਉਂਦੇ ਹੋ ਕਿ ਰੇਟ ਆਫ ਫਲੋ ਆਫ ਲਿਕੁਇਡ ਕਿਹੜੀ ਕਿਹੜੀ ਚੀਜ਼ ਤੇ ਡਿਪੈਂਡੈਂਟ ਆ, ਠੀਕ ਹੈ, ਤੇ ਇਹਨੂੰ ਡਾਇਮੈਂਸ਼ਨਲ Yes, ਮੈਥਡ ਨਾਲ sir. ਐਸ ਐਚ ਆਪਾਂ ਡਰਾਈਵ ਕਰ ਦਾਂਗੇ, ਹੋ ਜੂ।